ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ ਦੇ ਵਿੱਚ ਜਿੱਥੇ ਖਬਰਾਂ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰੀਦੀ ਹੈ, ਉੱਥੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਸੋ ਕਰਦੇ ਆ ਉਹਨਾਂ ਦਾ ਪ੍ਰੋਗਰਾਮ ਸਵਾਗਤ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲੀ ਖਬਰ ਦੇ ਵੱਲ ਜੇਕਰ ਆਪਾਂ ਵਧੀਏ ਤਾਂ ਖਬਰ ਭਾਰਤ ਦੇ ਐਂਗਲ ਤੋਂ ਨਮੋਸ਼ੀਜਨਕ ਹੈ। ਦੁਬਈ ਦੇ ਵਿੱਚ ਇੱਕ 에ਅਰ ਸ਼ੋਅ ਚੱਲ ਰਿਹਾ ਜੀ। ਬੀਤੇ ਦਿਨੀ ਇਹ ਖਬਰ ਆਈ ਸੀ ਵੀ ਜੈਟ ਦਾ ਤੇਲ ਲੀਕ ਕਰ ਗਿਆ ਤੇ ਅੱਜ ਇਹ ਜਾਣਕਾਰੀ ਆ ਰਹੀ ਹੈ ਵੀ ਤੇਜਸ ਫਾਈਟਰ ਜੈਟ ਜਿਹੜਾ ਉਹ ਕ੍ਰੈਸ਼ ਹੋ ਗਿਆ ਜੀ। ਹਾਂਜੀ, ਇਹ ਦੁਬਈ 에ਅਰ ਸ਼ੋਅ ਸੀਗਾ ਜਿੱਥੇ ਇੰਡੀਅਨ 에ਅਰ ਫੋਰਸ ਦਾ ਤੇਜਸ ਫਾਈਟਰ ਜੈਟ ਕ੍ਰੈਸ਼ ਹੋਇਆਗਾ। ਹਾਦਸਾ ਜਿਹੜਾ ਹੈ ਇਹ ਅਲ ਮਕਤੂਮ 에ਅਰਪੋਰਟ ਤੇ ਜਿਹੜਾ 에ਅਰ ਸ਼ੋਅ ਚੱਲ ਰਿਹਾ ਸੀ ਉਹਦੇ 'ਚ ਇੱਕ ਡੈਮੋ ਫਲਾਈਟ ਸੀਗੀ, ਉਸ ਦੌਰਾਨ ਹੋਇਆਗਾ। ਨਿਊਜ਼ ਏਜੰਸੀ AP ਨੇ ਵੀ ਇਹਨੂੰ ਕਨਫਰਮ ਕੀਤਾ ਤੇ ਕਿਹਾ ਕਿ ਅੱਜ ਜਿਹੜਾ ਟਾਈਮ ਸੀਗਾ ਇੰਡੀਅਨ ਟਾਈਮ 3:40 ਉਸ ਟਾਈਮ ਇਹ ਹਾਦਸਾ ਹੋਇਆਗਾ। ਤੇ ਜਦੋਂ ਹੀ ਇਹ ਫਾਈਟਰ ਜੈਟ ਥੱਲੇ ਡਿੱਗਿਆਗਾ, ਅੱਗ ਲੱਗੀ ਇਹਦੇ 'ਚ ਤੇ ਉਹ ਕਾਲੇ ਗੁਬਾਰੇ ਦੇਖਣ ਨੂੰ ਮਿਲੇ ਤੇ ਜਿਹੜਾ ਪਾਇਲਟ ਸੀਗਾ ਉਹ ਐਸਕਲੇਟ ਨਹੀਂ ਕਰ ਪਾਇਆ ਤੇ ਆਪਣੇ ਆਪ ਨੂੰ ਨਹੀਂ ਬਚਾ ਪਾਇਆ, ਐਜੈਕਟ ਨਹੀਂ ਹੋ ਪਾਇਆ ਤੇ ਉਹ ਵੀ ਮੌਕੇ ਤੇ ਹੀ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਮਾਰਟੇਡਮ ਹਾਸਲ ਕਰ ਗਿਆ ਹੈਗਾ। ਮਤਲਬ ਪਾਇਲਟ ਵੀ ਨਾਲ ਹੀ ਪੂਰਾ ਹੋ ਗਿਆ ਹੈਗਾ। ਇੱਦਾਂ ਹੀ ਜਿਹੜਾ ਇਹ ਤੇਜਸ ਕ੍ਰੈਸ਼ ਹੋਣ ਦੀ ਦੂਜੀ ਘਟਨਾ ਹੈਗੀ। ਤੁਸੀਂ ਪਿਛਲੇ ਸਾਲ ਯਾਦ ਕਰੋ ਜਦੋਂ ਪੋਖਰਨ 'ਚ ਇਸੇ ਕਿਸਮ ਦਾ ਪ੍ਰੈਕਟਿਸ ਚੱਲ ਰਹੀ ਸੀਗੀ ਰਾਜਸਥਾਨ 'ਚ, ਉਦੋਂ ਵੀ ਤੇਜਸ ਕ੍ਰੈਸ਼ ਹੋਇਆ ਸੀਗਾ ਤੇ ਹਜੇ ਤੇਜਸ ਦੇ ਆਰਡਰ ਇੰਡੀਅਨ 에ਅਰ ਫੋਰਸ ਨੇ ਲਾਏ ਹੋਏ ਨੇ। ਜਿਵੇਂ ਮਿਗ ਇੰਡੀਆ ਵਾਸਤੇ ਬੜੀ ਇੱਕ ਪ੍ਰੋਬਲਮੈਟਿਕ ਜੀ ਚੀਜ਼ ਸੀਗੀ। ਮਿਗ ਬਹੁਤ ਉਹਦੇ ਐਕਸੀਡੈਂਟ ਹੁੰਦੇ ਸੀ। ਆਪਣੇ ਬਥੇਰੇ ਇੰਡੀਅਨ ਫਾਈਟਰ ਪਾਇਲਟ ਸੀਗੇ ਉਹ ਪੂਰੇ ਹੋਏ ਉਸ ਕਰਕੇ। ਇਸੇ ਹੁਣ ਤੇਜਸ ਤੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਪਿਛਲੇ ਸਾਲ ਪ੍ਰੈਕਟਿਸ ਦੌਰਾਨ ਵੀ ਗਿਆ ਤੇ ਹੁਣ ਅੱਜ ਜਿਹੜੀ ਡੈਮੋ ਫਲਾਈਟ ਲਈ 에ਅਰ ਸ਼ੋਅ ਦੇ ਦੌਰਾਨ ਉਸ ਟਾਈਮ ਵੀ ਇਹ ਆਪਣਾ ਫਾਈਟਰ ਜੈਟ ਸੀਗਾ ਇਹ ਡਿੱਗਿਆ ਹੈਗਾ ਤੇ ਫਾਈਟਰ ਪਾਇਲਟ ਆਪਣਾ ਮਾਰਿਆ ਗਿਆ ਹੈਗਾ। ਹੁਣ ਫਾਈਟਰ ਪਾਇਲਟ ਦੀ ਦੇਖੋ ਕੀ ਅਹਿਮੀਅਤ ਹੈ ਫਾਈਟਰ ਪਾਇਲਟ ਦੀ ਜਾਨ ਦੀ। ਇੱਕ ਤਾਂ ਬਹੁਤ ਘੱਟ ਜਿਹਨੂੰ ਕਹੀਏ ਕਿ ਆਪਾਂ ਫਾਈਟਰ ਪਾਇਲਟ ਬਣਦੇ ਨੇ, ਬਹੁਤ ਟਫ ਪ੍ਰੋਸੈਸ ਹੈ ਤੇ ਵਧੀਆ ਫਾਈਟਰ ਪਾਇਲਟ ਤਿਆਰ ਕਰਨਾ ਆਪਣੇ ਆਪ 'ਚ ਇੱਕ ਪ੍ਰੋਸੈਸ ਮਤਲਬ ਔਖਾ ਪ੍ਰੋਸੈਸ ਹੈ। ਉਹਦੇ 'ਚ ਜੇ ਇਸ ਕਿਸਮ ਦੇ ਦੁਰਘਟਨਾਵਾਂ ਕਰਕੇ ਜਿਹੜੀ ਕਿ ਪ੍ਰੈਕਟਿਸ ਵਾਲੀਆਂ ਲਾ ਲਓ ਜਾਂ ਫਿਰ ਡੈਮੋ ਵਾਲੀਆਂ, ਉਹਦੇ 'ਚ ਵੀ ਜੇ ਆਪਣੇ ਫਾਈਟਰ ਪਾਇਲਟ ਮਰਦੇ ਰਹਿਣਗੇ ਤਾਂ ਇੱਕ ਵੱਡੀ ਕਹਿ ਸਕਦੇ ਹੋ ਕਿ ਇੰਡੀਆ ਵਾਸਤੇ ਇੱਕ ਨਮੋਸ਼ੇ ਵਾਲੀ ਗੱਲ ਹੈ। ਤੇ ਇਹ ਹੈਗਾ ਜੀ ਇਹਦੇ 'ਚ ਜਿਹੜਾ ਤੇਜਸ ਸੀਗਾ 1983 'ਚ ਇਹਨੂੰ ਸ਼ਾਮਿਲ ਕੀਤਾ ਗਿਆ ਸੀਗਾ ਤੇ 2021 'ਚ ਵੀ 83 ਮਾਰਕ 1A ਜੈਟ ਸੀਗਾ ਜਿਹਦੀ 48,000 ਕਰੋੜ ਦੀ ਡੀਲ ਹੋਈ ਸੀ। 2030 ਤੱਕ 180 ਜੈਟ ਬਣਨੇ ਨੇ ਤੇ ਤੇਜਸ ਹੀ ਬਣਾਏ ਜਾ ਰਹੇ ਨੇ। ਤੇ ਅੱਜ ਦੇਖ ਰਹੇ ਸੀਗੇ ਕਿ ਤੇਜਸ ਗੂਗਲ ਤੇ ਟ੍ਰੈਂਡ ਕਰ ਰਿਹਾ ਸੀਗਾ ਤੇ ਇਹਨੂੰ ਲੈ ਕੇ ਮਤਲਬ ਇਹ ਕਈ ਸਾਰੀਆਂ ਚੀਜ਼ਾਂ ਕਹਿ ਰਹੇ ਨੇ ਕਿ ਨੈਗੇਟਿਵ ਜੀ ਫੋਰਸ ਟਰਨ ਤੋਂ ਨਹੀਂ ਉੱਭਰ ਪਾਇਆ ਪਾਇਲਟ। ਇੱਕ ਤਾਂ ਇਹ ਗੱਲ ਕਹੀ ਜਾ ਰਹੀ ਹੈ, ਇੱਕ ਦੂਜੇ ਹੋਰ ਵੀ ਕਈ ਚੀਜ਼ਾਂ ਕਹੀਆਂ ਜਾ ਰਹੀਆਂ ਨੇ। ਜਿਹੜਾ ਨੈਗੇਟਿਵ ਜੀ ਫੋਰਸ ਕੀ ਹੁੰਦਾ ਗਾ, ਬੇਸਿਕਲੀ ਜਦੋਂ ਇੱਕੋ ਲੱਖ ਤੇ ਗੋਤਾ ਲਾਇਆ ਜਾਂਦਾ ਨਾ ਉਸ ਟਾਈਮ ਬੇਸਿਕਲੀ ਜਦੋਂ ਫਾਈਟਰ ਜੈਟ ਥੱਲੇ ਗੋਤਾ ਮਾਰਦਾ ਗਾ ਤੇ ਫਿਰ ਉਹਦੀ ਇੱਕ ਆਪਣੀ ਸਪੀਡ ਹੁੰਦੀ ਹੈ। ਦੂਜਾ ਜਿਹੜਾ ਗ੍ਰੈਵਿਟੇਸ਼ਨਲ ਫੋਰਸ ਹੁੰਦਾ ਨਾ ਅਰਥ ਦਾ ਉਹ ਵੀ ਹੁੰਦਾ ਗਾ ਤੇ ਉਹ ਇੱਕੋ ਲੱਖ ਤੇ ਫਿਰ ਉਹਨੂੰ ਮਤਲਬ ਆਪਾਂ ਕਹਿ ਲਈਏ ਕਿ ਟਰਨ ਕਰਨਾ ਹੁੰਦਾ। ਜੇ ਗ੍ਰੈਵਿਟੇਸ਼ਨਲ ਫੋਰਸ ਅਤੇ ਜਿਹੜੇ ਤੁਹਾਡੇ ਫਾਈਟਰ ਜੈਟ ਦੀ ਸਪੀਡ ਹੈ ਉਹ ਜੇ ਤੁਹਾਡੇ ਕਾਬੂ ਤੋਂ ਬਾਹਰ ਚਲੀ ਜਾਂਦੀ ਹੈ ਤਾਂ ਫਿਰ ਮਤਲਬ ਕਿਉਂਕਿ ਬਹੁਤ ਘੱਟ ਕੁਛ ਸੈਕਿੰਡਾਂ ਦਾ ਹੀ ਟਾਈਮ ਹੁੰਦਾ ਗਾ, ਜੇ ਤੁਸੀਂ ਨਹੀਂ ਡਿਸੀਜ਼ਨ ਲੈ ਪਾਉਂਦੇ ਹੋ ਤਾਂ ਫਿਰ ਮਤਲਬ ਉਹ ਕ੍ਰੈਸ਼ ਦਾ ਕਾਰਨ ਬਣ ਜਾਂਦਾ ਗਾ। ਹੁਣ ਦੇਖਣਾ ਪਊਗਾ ਕਿ ਕੋਈ ਟੈਕਨੀਕਲ ਦਿੱਕਤ ਸੀ ਜਾਂ ਸੱਚਿਓ ਨੈਗੇਟਿਵ ਜੀ ਫੋਰਸ ਜਿਹੜਾ ਹੁੰਦਾ ਗਾ ਉਹੀ ਬਣਿਆ ਹੈ। ਮਤਲਬ ਗੋਤਾ ਮਾਰਨਾ ਫਾਈਟਰ ਜੈਟ ਵਾਸਤੇ, ਫਾਈਟਰ ਪਾਇਲਟ ਵਾਸਤੇ ਮਹਿੰਗਾ ਪਿਆ ਗਾ। ਉਹ ਮਤਲਬ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਜੀ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਅਗਲੀ ਗੱਲ ਕਰੀਏ ਤਾਂ ਉਧਰ ਪੁਲਿਸ ਕਹਿ ਰਹੀ ਹੈ 2020 ਦੇ ਦੰਗਿਆਂ ਨੂੰ ਲੈ ਕੇ ਜਿਹੜੀ ਗੱਲ ਇਹ ਹੈਰਾਨ ਕਰਨ ਵਾਲੀ ਵੀ ਹੈ, ਪਰੇਸ਼ਾਨ ਕਰਨ ਵਾਲੀ ਵੀ ਹੈ। ਪੁਲਿਸ ਕਹਿ ਰਹੀ ਹੈ ਵੀ ਟੈਰਰ ਫੰਡਿੰਗ ਹੋਈ ਸੀ ਜੀ ਦਿੱਲੀ ਦੇ ਵਿੱਚ ਜਿਹੜੇ 2020 ਚ ਦੰਗੇ ਹੋਏ ਸੀ ਉਹਨਾਂ ਦੇ ਵਿੱਚ।
ਦੇਖੋ, ਸੁਪਰੀਮ ਕੋਰਟ ਦੇ ਵਿੱਚ ਮੈਂ ਕੱਲ ਵੀ ਇਸ ਖਬਰ ਦਾ ਜ਼ਿਕਰ ਕੀਤਾ ਸੀਗਾ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਮੁਸਲਿਮ ਪੋਲੀਟੀਕਲ ਪ੍ਰਿਜ਼ਨਰਸ ਨੇ 2020 ਚ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਹਨਾਂ ਦੀ ਸੁਣਵਾਈ ਹੋ ਰਹੀ ਹੈ। ਉਹਨਾਂ ਦੀ ਖਾਸ ਕਰ ਆਪਾਂ ਕਹਿ ਲਈਏ ਕਿ ਉਹਨਾਂ ਦੀ ਜ਼ਮਾਨਤ ਵਾਸਤੇ ਸੁਣਵਾਈ ਹੋ ਰਹੀ ਹੈ। ਉਹਦੇ 'ਚ ਸਰਕਾਰ ਦੇ ਜਿਹੜੇ ਐਡੀਸ਼ਨਲ ਸੋਲੀਸਿਟਰ ਜਨਰਲ ਨੇ SV ਰਾਜੂ, ਉਹਨਾਂ ਨੇ ਦਾਅਵਾ ਕੀਤਾ, ਯਾਨੀ ਕਿ ਦਿੱਲੀ ਪੁਲਿਸ ਦਾ ਵਰਜਨ ਰੱਖਿਆ ਗਾ ਕਿ ਬੇਸਿਕਲੀ ਇਹ ਜਦੋਂ CNRC ਦਾ ਪ੍ਰੋਟੈਸਟ ਚੱਲ ਰਿਹਾ ਸੀ, ਉਦੋਂ ਟੈਰਰ ਫੰਡਿੰਗ ਕੀਤੀ ਗਈ ਸੀ ਤੇ ਜਾਣ ਬੁੱਝ ਕੇ ਇਹਨੂੰ ਵਾਇਲੈਂਸ ਵਾਲੇ ਪਾਸੇ ਮੋੜਿਆ ਗਿਆ ਸੀ। ਜਿਹੜੀ ਦਿੱਲੀ ਪੁਲਿਸ ਦੇ ਜਿਹੜੀ ਗੱਲ ਕਹਿਣ ਦੀ ਕੋਸ਼ਿਸ਼ ਕਰੀ, ਉਹ ਕਹਿ ਰਹੀ ਹੈ ਕਿ ਤਾਰ ਹੁਸੈਨ, ਸਿਫਾਉਰ ਰਹਿਮਾਨ, ਮੀਰਾ ਨੈਦਰ, ਇਸਰਤ ਜਹਾਂ ਤੇ ਖਾਲਿਦ ਸੈਫੀ, ਇਹਨਾਂ ਨੇ ਦੰਗਿਆਂ ਵਾਸਤੇ ਮੋਟੀ ਡੋਨੇਸ਼ਨਾਂ ਲਈਆਂ ਸੀ। ਇਹ ਗੱਲਾਂ ਉਹਨਾਂ ਵੱਲੋਂ ਕਹੀ ਗਈ ਹੈਗੀ ਆ ਤਾਂ ਕਿ ਜਿਹੜੇ ਮੀਟਿੰਗਾਂ ਕੀਤੀਆਂ ਜਾ ਸਕਣ ਤੇ ਨਾਰਥ ਈਸਟ ਨੂੰ ਇੰਡੀਆ ਤੋਂ ਅੱਡ ਕੀਤਾ ਜਾ ਸਕੇ। ਇਸ ਕਿਸਮ ਦੀ ਥਿਊਰੀ ਹੁਣ ਦਿੱਲੀ ਪੁਲਿਸ ਲੈ ਕੇ ਆ ਰਹੀ ਹੈ ਤੇ ਦਿੱਲੀ ਪੁਲਿਸ, ਆਪਾਂ ਨੂੰ ਪਤਾ ਕਿ ਇਹਦੇ 'ਚ ਕਈ ਸਾਰੇ ਜਿਹੜੇ ਮੁਸਲਿਮ ਪੋਲੀਟੀਕਲ ਪ੍ਰਿਜ਼ਨਰ ਨੇ, ਉਹਨਾਂ ਦੀ ਹਰ ਪਟੀਸ਼ਨ ਤੇ ਜਦੋਂ ਵੀ ਉਹਨਾਂ ਦੀ ਜ਼ਮਾਨਤ ਵਾਸਤੇ ਪਟੀਸ਼ਨ ਪੈਂਦੀ ਹੈਗੀ ਆ, ਉਹੀ ਚੀਜ਼ ਲੈ ਕੇ ਆਉਂਦੀ ਹੈ ਕਿ ਇਹਨਾਂ ਨੇ ਵਾਇਲੈਂਸ ਵੱਲ ਤੱਕਿਆ, ਇਹਨਾਂ ਨੇ ਟੈਰਰ ਫੰਡਿੰਗ ਹੋਈ। ਤੇ ਉਹੀ ਗੱਲ ਅੱਜ ਫਿਰ ਦੁਹਰਾਈ ਗਈ ਹੈ। ਸਰਜੀਲ ਇਮਾਮ ਵਾਲਾ ਜਿਹੜੀ ਇੱਕ ਸਟੇਟਮੈਂਟ ਸੀ, ਉਹਨੂੰ ਲੈ ਕੇ ਕੱਲ ਰੌਲਾ ਪਾਇਆ ਸੀ ਦਿੱਲੀ ਪੁਲਿਸ ਨੇ, ਮਤਲਬ ਦਿੱਲੀ ਪੁਲਿਸ ਦੇ ਵਕੀਲ ਨੇ। ਕੱਲ ਜਿਹੜਾ ਸਰਕਾਰੀ ਵਕੀਲ ਸੀ, ਉਹ ਇਹ ਕਹਿ ਰਿਹਾ ਸੀਗਾ ਸਰਜੀਲ ਇਮਾਮ ਦਾ ਉਹ ਸਪੀਚ, ਕਿ ਇਹਨਾਂ ਨੇ ਸਪੀਚ ਇਸ ਕਿਸਮ ਦੇ ਦਿੱਤੇ ਜਿਹੜੇ ਕਿ ਪ੍ਰੋਵੋਕੇਟਿਵ ਸੀਗੇ, ਜਿਹਦੇ ਕਰਕੇ ਜਨਤਾ 'ਚ ਗੁੱਸਾ ਭੜਕਿਆ ਤੇ ਉਹਨਾਂ ਨੇ ਫਿਰ ਵਾਇਲੈਂਸ ਕੀਤੀ। ਮਤਲਬ ਅੱਜ ਉਹਨਾਂ ਨੇ ਜਿਹੜੀ ਟੈਰਰ ਫੰਡਿੰਗ ਵਾਲੀ ਗੱਲ ਜੋੜੀ ਹੈ। ਤਾਂ ਮਤਲਬ ਦੇਖਣਾ ਹੋਊਗਾ ਕਿ ਇਹਦੇ ਅਜੇ, ਹਾਲਾਂਕਿ ਅੱਜ ਕੋਈ ਫੈਸਲਾ ਤਾਂ ਨਹੀਂ ਹੋਇਆ, ਸੁਣਵਾਈ ਹੋਈ ਹੈ ਤੇ ਦੇਖਦੇ ਹਾਂ ਕਿ ਇਹਦੇ 'ਚ ਮਤਲਬ ਕੀ ਫੈਸਲਾ ਆਉਂਦਾ ਗਾ, ਕਿ ਉਹਨਾਂ ਨੂੰ ਬੇਲ ਮਿਲਦੀ ਹੈ ਨਹੀਂ। ਮੈਨੂੰ ਤਾਂ ਮਤਲਬ ਇਹ ਜਿਹੜਾ ਮੁਸਲਿਮ ਪੋਲੀਟੀਕਲ ਪ੍ਰਿਜ਼ਨਰਸ ਵਾਲਾ ਮਾਮਲਾ ਗਾ, ਤੁਸੀਂ ਯਾਦ ਕਰੋ ਦੀਵਾਲੀ ਤੋਂ ਪਹਿਲਾਂ ਕਪਿਲ ਸਿੱਬਲ ਹੋਰਾਂ ਨੇ ਵੀ ਲਾਇਆ ਸੀਗਾ ਆਪਾਂ ਜ਼ਮਾਨਤ ਵਾਸਤੇ। ਤੇ ਉਦੋਂ ਉਹਨਾਂ ਨੇ ਕਿਹਾ ਸੀਗਾ, ਕਪਿਲ ਸਿੱਬਲ ਨੇ ਬੜਾ ਇਮੋਸ਼ਨਲ ਹੋ ਕੇ ਸੁਪਰੀਮ ਕੋਰਟ 'ਚ ਕਿਹਾ ਸੀ ਜੱਜ ਸਾਹਿਬ ਨੂੰ ਕਿ ਜੱਜ ਸਾਹਿਬ, ਇਹ ਸਾਰੇ ਬੱਚੇ ਸਟੂਡੈਂਟ ਨੇ ਯੂਨੀਵਰਸਿਟੀਆਂ ਦੇ, ਠੀਕ ਹੈ, ਕੋਈ PhD ਕਰ ਰਿਹਾ ਸੀਗਾ, ਕੋਈ ਮਾਸਟਰਸ ਕਰ ਰਿਹਾ ਸੀਗਾ, ਕੋਈ ਇੰਜੀਨੀਅਰ ਸੀਗਾ, ਤੇ ਇਹ ਬੱਚੇ ਜੇ ਦੀਵਾਲੀ ਤੋਂ ਪਹਿਲਾਂ ਆਪਣੇ ਘਰਾਂ ਨੂੰ ਚਲੇ ਜਾਣਗੇ, 5 ਸਾਲ ਤੋਂ ਜੇਲ੍ਹ 'ਚ ਬੰਦ ਹੈਗੇ ਤੇ ਵਧੀਆ ਰਹੂਗਾ। ਪਰ ਸੁਪਰੀਮ ਕੋਰਟ ਦਾ ਦਿਲ ਨਹੀਂ ਪਸੀਜਿਆ ਸੀਗਾ ਤੇ ਉਹ ਜੇਲ੍ਹਾਂ 'ਚ ਹੀ ਸੀਗੇ। ਤੇ ਹੁਣ ਵੀ ਦੁਬਾਰੇ ਤੋਂ ਉਹ ਸਾਰੀ ਕਾਰਵਾਈ ਚੱਲ ਰਹੀ ਹੈ। ਦੇਖਦੇ ਹਾਂ ਕਿ ਕੀ ਨਵਾਂ ਸਾਲ ਜਿਹੜਾ ਆਉਣ ਵਾਲਾ ਹੈ, ਉਹ ਆਪਣੇ ਘਰਾਂ 'ਚ ਦੇਖ ਪਾਉਣਗੇ ਮੁਸਲਿਮ ਪੋਲੀਟੀਕਲ ਪ੍ਰਿਜ਼ਨਰ, ਜਾਂ ਫਿਰ ਇਹਨਾਂ ਨੂੰ ਜ਼ਮਾਨਤ ਨਹੀਂ ਮਿਲੂਗੀ। ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਹਾਲਾਂਕਿ CNRC ਦਾ ਪ੍ਰੋਟੈਸਟ ਸੀਗਾ, ਉਹ ਮੈਂ ਵੀ ਕਵਰ ਕੀਤਾ ਸੀਗਾ। ਮੇਰੇ ਤੋਂ ਮੈਂ ਜੇ ਇੱਕ ਲਾਈਨ 'ਚ ਸਟੇਟਮੈਂਟ ਦੇਣੀ ਹੋਵੇ ਤਾਂ ਜੀ ਇਹ ਜਿਹੜੇ ਨੌਜਵਾਨ ਸੀਗੇ, ਇਹ ਪੋਲੀਟੀਕਲੀ ਸਰਗਰਮ ਨੌਜਵਾਨ ਸੀਗੇ। ਇਹਨਾਂ ਦਾ ਵਾਇਲੈਂਸ ਨਾਲ, ਇਹਨਾਂ ਦਾ ਟੈਰਰ ਫੰਡਿੰਗ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤੇ ਦੇਖਿਓ ਜੇ ਇਹ ਠੀਕ ਹੈ ਕਿ ਤੁਸੀਂ ਇਹਨਾਂ ਨੂੰ 5-7 ਸਾਲ 10 ਸਾਲ ਹੋਰ ਜੇਲ੍ਹਾਂ 'ਚ ਡਿਟੇਨ ਕਰਕੇ ਰੱਖ ਸਕਦੇ ਹੋ, ਪਰ ਇਹ ਮਤਲਬ ਆਖਰੀ 'ਚ ਨਿਰਦੋਸ਼ ਹੀ ਸਾਬਤ ਹੋਣਗੇ। ਜੀ, ਇਸ ਤੋਂ ਅਗਲੀ ਜੇਕਰ ਆਪਾਂ ਗੱਲ ਕਰੀਏ ਤਾਂ ਉਧਰ ਹਮਾਸ ਦੇ ਵਰਗਾ ਕਹਿੰਦੇ ਹਮਲਾ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ ਜੈਸ਼। ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਕਿ ਇਸ ਨੂੰ ਲੈ ਕੇ ਕੋਈ ਵੱਡਾ ਖੁਲਾਸਾ ਹੋਇਆ ਜੀ? ਦੇਖੋ, ਬੇਸਿਕਲੀ ਇਹਦੇ 'ਚ ਏਜੰਸੀਆਂ ਵੱਲੋਂ ਹੀ ਖਬਰ ਹੈ। ਹਾਲਾਂਕਿ ਜਿਹੜੀ ਖਬਰ ਇਹ ਕਰੈਕ ਕੀਤੀ ਗਈ ਹੈ, ਇਹ ਜੰਮੂ ਕਸ਼ਮੀਰ ਦੇ ਹੀ ਬਹੁਤ ਧੁਰੰਧਰ ਆਪਾਂ ਕਹਿ ਸਕਦੇ ਹਾਂ ਕਿ ਰਿਪੋਰਟਰ ਹੈਗੇ ਆ, ਤੇ ਉਹਨਾਂ ਨੇ ਖਬਰ ਰਾਊਫ ਡਾਰ ਨੇ ਖਬਰ ਕਰੈਕ ਕੀਤੀ ਹੈ ਕਿ ਬੇਸਿਕਲੀ ਡਾਕਟਰਾਂ ਦੇ ਅੰਦਰ ਜਿਹੜਾ ਹੈਗਾ ਜੈਸ਼ ਕੰਮ ਕਰ ਰਿਹਾ ਸੀਗਾ। ਤੇ ਜਿਵੇਂ ਹਮਾਸ ਚੀਜ਼ਾਂ ਨੂੰ ਮੈਨੇਜ ਕਰਦਾ ਕਸ਼ਮੀਰੀਆਂ ਦੇ ਵਿੱਚ, ਉਸੇ ਕਿਸਮ ਦੀ ਹੀ ਇੱਕ ਪੈਟਰਨ ਦੇਖਣ ਨੂੰ ਮਿਲਿਆ ਗਾ। ਤੇ ਇਹ ਏਜੰਸੀਆਂ ਨੇ, ਮਤਲਬ ਰਾਊਫ ਡਾਰ ਉਹਨਾਂ ਨੇ ਦੱਸਿਆ ਹੈਗਾ। ਤੇ ਮਤਲਬ ਇਹ ਜਿਹੜੀ ਖਬਰ ਵੀ ਹੈ, ਮਤਲਬ 1990 ਤੋਂ ਬਾਅਦ ਆਪਾਂ ਨੂੰ ਪਤਾ ਕਿ ਮੁਸਲਿਮ ਖਾਸ ਕਰ ਕਸ਼ਮੀਰ 'ਚ ਜਿਹੜੇ ਮੁਸਲਮਾਨ ਨੌਜਵਾਨ ਸੀਗੇ, ਉਹ ਆਪਾਂ ਨੂੰ ਮੂਵਮੈਂਟ 'ਚ ਐਕਟਿਵ ਦਿਖੇ ਸੀਗੇ। ਇਹ ਹਾਲਾਂਕਿ ਜਿਹੜੀ ਬ੍ਰੇਕਿੰਗ ਪੁਆਇੰਟ ਹੈ ਉਹ ਤਾਂ 87 ਦੇ ਉੱਥੇ ਵਿਧਾਨ ਸਭਾ ਇਲੈਕਸ਼ਨ ਨੇ, ਜਿਹਦੇ 'ਚ ਘਪਲੇਬਾਜ਼ੀ, ਦੰਦਲੇਬਾਜ਼ੀ ਹੋਈ ਸੀਗੀ। ਤੇ ਉਸ ਤੋਂ ਬਾਅਦ ਵੀ ਬਥੇਰੇ ਮੁੰਡੇ ਨਿਕਲੇ, ਪਰ ਜਿਹੜੇ 90 ਦੇ ਦਹਾਕੇ 'ਚ ਸਰਗਰਮ ਸੀਗੇ ਮੁਸਲਮਾਨ ਨੌਜਵਾਨ, ਉਹ ਤਾਂ ਅੱਜ ਦੇ ਟਾਈਮ ਮਤਲਬ ਬਜ਼ੁਰਗ ਹੋ ਚੁੱਕੇ ਨੇ, ਇਹ ਕਹਿ ਲਓ, ਜਾਂ ਫਿਰ ਉਹਨਾਂ ਦੀ ਇੱਕ ਉਮਰ ਹੋ ਚੁੱਕੀ ਹੈ। ਕੋਈ 60 ਸਾਲ ਦਾ, ਕੋਈ 65 ਸਾਲ ਦਾ, ਕੋਈ 55 ਸਾਲ ਦਾ। ਹੁਣ ਜਿਹੜੇ ਨਵੇਂ ਮੁੰਡੇ ਨੇ, ਖਾਸ ਕਰ ਜਿਵੇਂ ਬੁਰਹਾਨ ਵਾਨੀ ਹੋਰਾਂ ਦਾ ਇੱਕ ਪੂਰਾ ਗਰੁੱਪ ਸੀਗਾ 2016 'ਚ, ਉਹਨਾਂ ਦਾ ਵੀ ਫਿਰ ਆਪਾਂ ਨੂੰ ਪਤਾ ਕਿ ਮਾੜਾ ਹਾਲ ਹੋਇਆ। ਉਸ ਤੋਂ ਬਾਅਦ ਇਹ ਜਿਹੜਾ ਇਹ ਇੱਕ ਅੱਡ ਤੋਂ ਇਹ ਗਰੁੱਪ ਨਿਕਲ ਕੇ ਆਇਆ, ਖਾਸ ਕਰ ਡਾਕਟਰ ਇਹਦੇ 'ਚ ਸ਼ਮੂਲੀਅਤ ਮਿਲੇ,
ਇਹਨੂੰ ਲੈ ਕੇ ਫਿਰ ਜਿਹੜੀ ਆਪਾਂ ਕਹਿ ਲਈਏ ਕਿ ਰਊਫ ਡਾਰ ਹੋਰਾਂ ਨੇ ਜਿਹੜੀ ਖਬਰ ਬ੍ਰੇਕ ਕੀਤੀ ਹੈ। ਰਊਫ ਡਾਰ ਹੋਰੀ ਕਹਿ ਰਹੇ ਨੇ ਕਿ ਇਹ ਜੈਸ਼ ਏ ਮੁਹੰਮਦ ਨਾਲ ਇਹਨਾਂ ਦਾ ਤਾਲਮੇਲ ਸੀਗਾ ਤੇ ਇਹ ਜਿਹੜਾ ਮੋਡਿਊਲ ਸੀਗਾ ਉਹ ਹਮਾਸ ਦੇ ਅਕੋਰਡਿੰਗ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਜਿਹਦੇ 'ਚ ਜਿਹੜੇ ਸਿਵਲੀਅਨ ਸੀ ਉਹਨਾਂ ਨੂੰ ਵੀ ਇਸ ਪੂਰੇ ਨੈਟਵਰਕ 'ਚ ਇਸਤੇਮਾਲ ਕਰਨ ਦੀ ਕੋਸ਼ਿਸ਼ ਸੀਗੀ। ਇਹ ਖਬਰ ਬ੍ਰੇਕ ਕੀਤੀ ਗਈ। ਕਿੰਨੀ ਕੁ ਇਹਦੇ 'ਚ ਦਮ ਹੈ, ਮਤਲਬ ਇਹਦੇ ਜਿਹੜੇ ਮੈਂ ਤਾਂ ਇਹ ਦੇਖ ਰਿਹਾ ਗਾ ਕਿ ਰਊਫ ਡਾਰ ਹੋਰਾਂ ਨੇ ਕਿਹਨਾਂ ਦੇ ਹਵਾਲੇ ਤੋਂ ਇਹ ਗੱਲ ਕਹੀ ਹੈ। ਗੱਲ ਤਾਂ ਇਹ ਨਿਕਲ ਕੇ ਆ ਰਹੀ ਹੈ ਕਿ ਏਜੰਸੀਆਂ ਜਿਹੜੀ ਸੁਰੱਖਿਆ ਏਜੰਸੀਆਂ ਨੇ ਉਹਨਾਂ ਵੱਲੋਂ ਇਹ ਖਬਰ ਮਤਲਬ ਰਊਫ ਡਾਰ ਹੋਰਾਂ ਨੇ ਕਰੈਕ ਕੀਤੀ ਹੈ। ਤਾਂ ਮਤਲਬ ਅੱਗੇ ਪਤਾ ਲੱਗੂਗਾ। ਹਾਂ, ਇਹ ਇਸ ਖਬਰ ਨੂੰ ਆਪਾਂ ਗੱਲ ਡਿਸਕਸ ਇਸ ਕਰਕੇ ਕਰ ਰਹੇ ਹਾਂ ਕਿ ਇਹ ਬੜਾ ਕਿਹਾ ਜਾ ਰਿਹਾ ਸੀਗਾ ਕਿ ਕਸ਼ਮੀਰ 'ਚ ਤਾਂ ਟੂਰਿਜ਼ਮ ਵਧ ਰਿਹਾ ਗਾ, ਸਭ ਕੁਝ ਸ਼ਾਂਤ ਹੋ ਚੁੱਕਿਆ, ਉੱਥੇ ਤਾਂ ਪੱਤਾ ਵੀ ਨਹੀਂ ਹਿਲਦਾ, ਉੱਥੇ ਤਾਂ ਲੋਕ ਚਾਹੁੰਦੇ ਸੀਗੇ ਜੀ ਨੋਰਮਲ ਸੀ ਆਵੇ, ਨੋਰਮਲ ਜ਼ਿੰਦਗੀ ਜੀਏ ਤੇ ਪਰ ਫਿਰ ਇਹ ਜਿਹੜੇ ਆਲਰੇਡੀ ਉੱਥੇ ਐਸਟੈਬਲਿਸ਼ ਡਾਕਟਰ ਦੀ ਤਾਂ ਵਧੀਆ ਜ਼ਿੰਦਗੀ ਹੁੰਦੀ ਹੈ, ਉਹਦਾ ਤਾਂ ਡਾਕਟਰਾਂ ਦੀ ਤਾਂ ਤੁਸੀਂ ਇਹ ਮੰਨ ਕੇ ਚੱਲੋਗੇ ਨਾ ਸੁਸਾਇਟੀ 'ਚ ਉਹ ਤਾਂ ਠੀਕ ਉਹਨਾਂ ਦੀ ਇੱਜ਼ਤ ਹੁੰਦੀ ਹੈ, ਲੱਖ 1.5 ਲੱਖ 2 ਲੱਖ ਰੁਪਈਆ ਉਹਨਾਂ ਦੀ ਇਨਕਮ ਹੁੰਦੀ ਹੈ ਮਹੀਨੇ ਦੀ, ਤੇ ਉਹ ਤਾਂ ਵਧੀਆ ਜ਼ਿੰਦਗੀ ਜਿਉ ਰਹੇ ਹੁੰਦੇ। ਫਿਰ ਉਹ ਵੀ ਕਿਉਂ ਮਤਲਬ ਆਪਾਂ ਕਹਿ ਲਈਏ ਕਿ ਮੂਵਮੈਂਟ 'ਚ ਸ਼ਾਮਿਲ ਹੋ ਰਹੇ ਨੇ ਤੇ ਇਸ ਕਿਸਮ ਦੇ ਜਿਹੜੇ ਟੈਰਰ ਅਟੈਕ ਮਤਲਬ ਜੇ ਉਸ ਸਿਵਿਲੀਅਨਸ ਦੇ ਹਵਾਲੇ ਨਾਲ ਕਹੋਗੇ ਤਾਂ ਹਾਂ ਤੁਸੀਂ ਕਹੋਗੇ ਕਿ ਟੈਰਰ ਅਟੈਕ ਕਰ ਰਹੇ ਨੇ, ਪਰ ਉਹ ਤਾਂ ਮਤਲਬ ਉਸ ਮੂਵਮੈਂਟ ਨਾਲ ਕਿਉਂ ਅੰਗੇਜ ਕਰ ਰਹੇ ਨੇ ਜਿਹਨੂੰ ਵਾਇਲੈਂਟ ਮੂਵਮੈਂਟ ਕਹਿ ਲੀजिए, ਕੁਛ ਮਿਲੀਟੈਂਟ ਮੂਵਮੈਂਟ ਕਹੀਏ, ਮਿਲੀਟੈਂਟ ਮੂਵਮੈਂਟ ਨਾਲ ਕਿਉਂ ਰਾਬਤਾ ਰੱਖ ਰਹੇ ਨੇ ਜੇ ਇੰਨਾ ਹੀ ਇਹਨਾਂ ਦੇ ਦਾਅਵੇ 'ਚ ਸੱਚਾਈ ਸੀਗੀ। ਤਾਂ ਮਤਲਬ ਕੁਛ ਚੀਜ਼ਾਂ ਨੇ ਜਿਹੜੀਆਂ ਕਿ ਇਹ ਮੌਕੇ ਦੀ ਹੁਕੂਮਤ ਹੈ, ਖਾਸ ਕਰ ਜਿਹੜੀ ਹੋਮ ਮਿਨਿਸਟਰੀ ਅਮਿਤ ਸ਼ਾਹ ਹੋਰੀ ਹੈਗੇ ਆ ਫਿਰ ਅਜੀਤ ਡੋਵਾਲ ਹੋਰੀ ਹੋ ਗਏ, ਇਹ ਲੁਕਾਉਣ ਦੀਆਂ ਕੋਸ਼ਿਸ਼ ਕਰ ਰਹੇ ਨੇ। ਇਹ ਮੈਨੂੰ ਮਤਲਬ ਮਾੜਾ ਜਿਹਾ ਇਸ ਮਾਮਲੇ ਤੇ ਲੱਗਦਾ ਗਾ ਕਿ ਇਹ ਜਿਵੇਂ ਮੈਨੂੰ ਲੱਗਦਾ ਗਾ ਕਿ ਇਹ ਰਿਸਪੌਂਸ ਵੀ ਹੈ ਜਿਹੜਾ ਸਾਲ 2019 'ਚ ਜਿਹੜਾ ਜੋ ਕੁਛ ਕਸ਼ਮੀਰ ਨਾਲ ਹੋਇਆ, ਉਹਨਾਂ ਦਾ ਸਟੇਟਹੂਡ ਖੋਲ੍ਹਿਆ ਗਿਆ, ਘੱਟੋ ਘੱਟ ਇੱਕ ਮਿਨੀਮਮ ਰਿਲੀਫ ਤਾਂ ਇਹੀ ਬਣਦਾ ਗਾ। ਠੀਕ ਹੈ, ਤੁਸੀਂ 370 ਖਤਮ ਕਰਤਾ, ਤੁਸੀਂ ਪੂਰੇ ਮੁਲਕ 'ਚ ਛਾਤੀ ਪੀਟ ਮਤਲਬ ਪੱਟਾਂ ਤੇ ਥੱਪੀਆਂ ਮਾਰ ਲਈਆਂ, ਸਾਰਾ ਕੁਛ ਹੈ, ਪਰ ਮੈਨੂੰ ਲੱਗਦਾ ਗਾ ਕਿ ਇਹਦੇ 'ਚ ਇੱਕ ਜਿਹੜੀ ਗੱਲ ਹੋਣੀ ਚਾਹੀਦੀ ਬੇਸਿਕ ਗੱਲ ਉਹ ਇਹੀ ਹੋਣੀ ਚਾਹੀਦੀ ਕਿ 2019 ਦੌਰਾਨ ਜੋ ਕੁਛ ਹੋਇਆ ਉਹਦਾ ਇੱਕ ਮਿਨੀਮਮ ਰਿਲੀਫ ਤਾਂ ਇਹੀ ਬਣਦਾ ਗਾ ਕਿ ਜੰਮੂ ਕਸ਼ਮੀਰ ਦਾ ਸਟੇਟਹੂਡ ਵਾਪਸ ਦਿੱਤਾ ਜਾਵੇ ਉਹਨਾਂ ਨੂੰ। ਲੱਦਾਖ 'ਚ ਵੀ ਇਹੀ ਡਿਮਾਂਡ ਹੈ ਕਿ ਸਟੇਟਹੂਡ ਦਿਓ, ਜੰਮੂ ਕਸ਼ਮੀਰ 'ਚ ਵੀ ਇਹੀ ਡਿਮਾਂਡ ਹੈ ਕਿ ਸਟੇਟਹੂਡ ਦਿਓ। ਤੁਸੀਂ ਯੂਨੀਅਨ ਟੈਰੀਟਰੀ ਬਣਾ ਕੇ ਥੋੜ੍ਹੀ ਨਾ ਰੱਖ ਸਕਦੇ ਹੋ। ਹਾਲਾਂਕਿ ਗੱਲ ਤਾਂ ਇੰਨੇ ਇੱਥੋਂ ਤੱਕ ਵੀ ਹੋਣ ਲੱਗ ਪਈ ਕਿ ਜੇ ਇਹ ਮੋਦੀ ਹੋਰੀ 2029 'ਚ ਫਿਰ ਤੋਂ ਜਿੱਤ ਕੇ ਆ ਗਏ ਤਾਂ ਫਿਰ ਇਹ ਜਿਹੜੇ ਹੋਰ ਨੌਰਥ ਈਸਟ ਦੇ ਕਈ ਸਟੇਟ ਨੇ, ਤਾਮਿਲਨਾਡੂ ਹੋ ਗਿਆ, ਬੰਗਾਲ ਹੋ ਗਿਆ, ਪੰਜਾਬ ਹੋ ਗਿਆ, ਇਹਨਾਂ ਨੂੰ ਵੀ ਯੂਨੀਅਨ ਟੈਰੀਟਰੀ ਐਲਾਨ ਦੇਣਗੇ। ਤਾਂ ਗੱਲਾਂ ਤਾਂ ਇੱਥੋਂ ਤੱਕ ਹੋ ਰਹੀਆਂ ਨੇ ਤੇ ਇਸ ਕਰਕੇ ਮਤਲਬ ਜੇ ਮਾੜਾ ਮੋਟਾ ਇੱਥੇ ਫੈਡਰਲ ਢਾਂਚਾ ਬਚਿਆ ਹੋਇਆ ਗਾ ਤਾਂ ਘੱਟੋ ਘੱਟ ਅਮਿਤ ਸ਼ਾਹ ਹੋਰਾਂ ਨੂੰ, ਨਰਿੰਦਰ ਮੋਦੀ ਹੋਰਾਂ ਨੂੰ ਇਹ ਗੱਲ ਕਰਨੀ ਚਾਹੀਦੀ ਕਿ ਹਾਂ ਕਿ ਅਸੀਂ ਸਟੇਟਹੂਡ ਵਾਪਸ ਕਰਦੇ ਹਾਂ। ਘੱਟੋ ਘੱਟ ਕੁਛ ਲੋਕ ਤਾਂ ਉਹ ਜਿਹੜੇ ਮੂਵਮੈਂਟ 'ਚ ਜੁੜੇ ਹੋਏ ਨੇ, ਮਿਲੀਟੈਂਟ ਮੂਵਮੈਂਟ 'ਚ ਜਾ ਰਹੇ ਨੇ ਨੌਜਵਾਨ, ਉਹ ਘੱਟੋ ਘੱਟ ਮੇਨ ਸਟ੍ਰੀਮ ਪੋਲੀਟਿਕਸ 'ਚ ਤਾਂ ਆਉਣਗੇ, ਇਹ ਮੈਨੂੰ ਲੱਗਦਾ ਗਾ। ਨਹੀਂ ਤਾਂ ਫਿਰ ਇਹ ਤਾਂ ਦੇਖੋ ਤੁਸੀਂ ਦਾਅਵੇ ਕੁਛ ਵੀ ਕਰੇ ਜਾਓ, ਥਾਪੀਆਂ ਕਿਸੇ ਵੀ ਚੀਜ਼ ਦੀ ਮਾਰੇ ਜਾਓ ਕਿ ਉੱਥੇ ਤਾਂ ਕੁਛ ਵੀ ਨਹੀਂ, ਉੱਥੇ ਤਾਂ ਸ਼ਾਂਤੀ ਹੈ, ਪੱਤਾ ਨਹੀਂ ਹਿਲਦਾ, ਪਰ ਇਹਦਾ ਜਿਹੜੇ ਆਪਾਂ ਕਹਿ ਲਈਏ ਕਿ ਤੁਸੀਂ ਜਿੰਨਾ ਸਪਰੈਸ ਕਰ ਰਹੇ ਹੋ ਸਪਰਿੰਗ ਵਾਂਗ, ਜਿੰਨਾ ਉੱਥੇ ਤੁਸੀਂ ਹਿਊਮਨ ਰਾਈਟਸ ਦਾ ਘਾਣ ਕਰ ਰਹੇ ਹੋ, ਜਿੰਨਾ ਉੱਥੇ ਜੋ ਕੁਛ ਤੁਸੀਂ ਕਦੇ ਇੰਟਰਨੈਟ ਸਾਲ ਭਰ ਵਾਸਤੇ ਸਸਪੈਂਡ ਰੱਖਦੇ ਹੋ, ਕਦੇ ਉੱਥੋਂ ਦੇ ਪਿੰਡਾਂ 'ਚ ਜਾ ਕੇ ਤੁਸੀਂ ਉਹ ਕਰਦੇ ਹੋ, ਕਸ਼ਮੀਰੀ ਮੁੰਡਿਆਂ ਨੂੰ ਤੁਸੀਂ ਡਿਟੇਨ ਕਰਕੇ ਰੱਖਦੇ ਹੋ, ਉਹਦਾ ਫਿਰ ਇੱਕ ਆਪਾਂ ਕਹਿ ਲਈਏ ਕਿ ਰਿਐਕਸ਼ਨ ਤਾਂ ਬਣਨਾ ਹੀ ਹੈ, ਉਹਦਾ ਇੱਕ ਪੋਲੀਟੀਕਲ ਫਾਰਮ ਤਾਂ ਬਣੂਗੀ ਨਾ ਰੈਜ਼ਿਸਟੈਂਸ ਦੀ। ਤਾਂ ਉਹ ਐਡੀ ਇਸ ਕਿਸਮ ਦੀ ਬਣੂ ਮਤਲਬ ਉਹਦਾ ਤਾਂ ਉਹ ਜੇ ਨਾ ਤੁਸੀਂ ਚਾਹੁੰਦੇ ਹੋ ਕਿ ਨਾ ਬਣੇ ਤਾਂ ਫਿਰ ਕਾਮਨ ਮਿਨੀਮਮ ਮਤਲਬ ਤੁਸੀਂ ਮਿਨੀਮਮ ਰਿਲੀਫ ਤਾਂ ਦਓਗੇ, ਮੈਨੂੰ ਲੱਗਦਾ ਗਾ ਕਿ ਸਾਹ ਲੈਣ ਦੀ ਥਾਂ ਤਾਂ ਦਓਗੇ। ਜੀ, ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਗੱਲ ਸਾਹ ਤੋਂ ਹੀ ਸ਼ੁਰੂ ਕਰਦੇ ਹਾਂ। ਸਾਹ ਲੈਣਾ ਦਿੱਲੀ ਦੇ ਵਿੱਚ ਇੰਨਾ ਕੁ ਔਖਾ ਹੈ ਕਿ ਜੇਕਰ ਤੁਸੀਂ ਬਿਲਕੁਲ ਆਮ ਵਿਅਕਤੀ ਹੋ, ਕੋਈ ਬੀੜੀ ਸਿਗਰਟ ਜਾਂ ਹੋਰ ਤੰਬਾਕੂਨੋਸ਼ੀ ਨਹੀਂ ਕਰਦੇ, ਤਾਂ ਵੀ ਤੁਹਾਡੇ ਲੰਗਸ ਮੈਨੂੰ ਲੱਗਦਾ ਐ ਹੋ ਜਾਣਗੇ ਜਿਵੇਂ ਤੁਸੀਂ ਬਹੁਤ ਜ਼ਿਆਦਾ ਕਹਿ ਲਈਏ ਵੀ ਸਮੋਕਿੰਗ ਕਰਦੇ ਰਹੇ ਹੋਵੋ। ਇਹਦਾ ਹਾਲਾਤ ਇਹੋ ਜਿਹੇ ਬਣ ਗਏ ਨੇ, AQI ਲੈਵਲ 500 ਤੋਂ ਉੱਪਰ ਹੀ ਚੱਲੀ ਜਾਂਦਾ ਹੈ ਤੇ ਦੁਨੀਆ ਭਰ 'ਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਚੁੱਕਿਆ ਇਸ ਸਮੇਂ ਦਿੱਲੀ। ਹਾਂਜੀ, ਦੁਨੀਆ ਦੀ ਸਭ ਤੋਂ ਪੋਲਿਊਟਿਡ ਸਿਟੀ ਦਿੱਲੀ ਹੈ। 506 AQI ਰਿਹਾ ਗਾ ਅੱਜ, 506, ਜਿਹਨੂੰ ਆਪਾਂ ਹਜ਼ਾਰਡਸ ਤੋਂ ਵੀ ਮਤਲਬ ਕੁਛ ਨਾ ਕੁਛ ਵੱਧ ਹੀ ਕਵਾਂਗੇ। ਅਸਥਮੈਟਿਕ ਪੇਸ਼ੈਂਟ ਹੋਣ ਜਾਂ ਫਿਰ ਇਸ ਕਿਸਮ ਦੇ ਪੇਸ਼ੈਂਟ ਹੋਣ ਜਿਨ੍ਹਾਂ ਨੂੰ ਲੰਗਸ ਦੇ ਵਿੱਚ ਇਨਫੈਕਸ਼ਨ ਹੋਣ ਦੇ ਖਤਰੇ ਨੇ, ਜਾਂ ਸਾਹ 'ਚ ਕੋਈ ਸਾਹ ਨਾਲ ਰਿਲੇਟਿਡ ਕੋਈ ਬਿਮਾਰੀ ਹੋਵੇ, ਉਹਨਾਂ ਦਾ ਤਾਂ ਜੀਣਾ ਦੁੱਭਰ ਹੋ ਹੀ ਰਿਹਾ ਗਾ। ਬਜ਼ੁਰਗ ਅਤੇ ਬੱਚੇ, ਉਹ ਦੋ ਜਾਣੇ ਵੀ ਅਫੈਕਟਡ ਨੇ।
ਇੰਨਾ ਜੀ ਜ਼ਿਆਦਾ ਪੋਲਿਊਸ਼ਨ, ਬਹੁਤ ਮਾੜੀ ਉਹ ਹੈ। ਪਿਛਲੇ ਲਗਾਤਾਰ ਜਦੋਂ ਤੋਂ ਆਪਾਂ ਦੀਵਾਲੀ ਤੋਂ ਬਾਅਦ ਦਾ ਟਾਈਮ ਦੇਖ ਰਹੇ ਹਾਂ, 1 ਮਹੀਨਾ ਹੋਣ ਜਾ ਰਿਹਾ ਹੈਗਾ ਜੀ। ਅੱਜ ਆਪਾਂ ਨੂੰ ਮਤਲਬ ਹਾਂ 20 ਅਕਤੂਬਰ ਨੂੰ ਦੀਵਾਲੀ ਸੀਗੀ, ਤੇ ਅੱਜ ਆਪਾਂ ਜਦੋਂ ਬੁਲੇਟਿਨ ਕਰ ਰਹੇ ਹਾਂ 21 ਨਵੰਬਰ ਨੂੰ ਕਰੇ, ਮਹੀਨਾ ਹੋ ਗਿਆ ਜੀ। AQI 500 ਤੋਂ ਉੱਤੇ ਹੀ ਚੱਲੀ ਜਾਂਦਾ ਗਾ। ਇਹ ਕੀ ਹੈ? ਇਹ ਦਿਖਾ ਰਿਹਾ ਗਾ ਕਿ ਇੰਡੀਆ ਦੇ ਵਿੱਚ ਜਿਹੜੀ ਖਾਸ ਕਰ ਪੋਲਿਊਸ਼ਨ ਨੂੰ ਲੈ ਕੇ, ਹੈਲਥ ਨੂੰ ਲੈ ਕੇ, ਜਾਂ ਫਿਰ 에ਅਰ ਪੋਲਿਊਸ਼ਨ ਹੋ ਗਿਆ, ਵਾਟਰ ਪੋਲਿਊਸ਼ਨ ਹੋ ਗਿਆ, ਇਹਨਾਂ ਨੂੰ ਲੈ ਕੇ ਕੋਈ ਕੰਸਰਨ ਹੀ ਨਹੀਂ ਹੈਗਾ। ਮੈਂ ਘੱਟੋ ਘੱਟ ਦਿੱਲੀ NCR ਦੇ ਲੋਕਾਂ ਨੂੰ ਸੜਕਾਂ ਤੇ ਉਤਰ ਜਾਣਾ ਚਾਹੀਦਾ ਸੀਗਾ ਕਿ ਅਸੀਂ ਤੁਹਾਨੂੰ ਵੋਟ ਦਿੰਨੇ ਆ, ਅਸੀਂ ਇੰਡੀਆ ਦੀ ਕੈਪੀਟਲ 'ਚ, ਰਾਜਧਾਨੀ ਦੇ ਅਸੀਂ ਨਾਗਰਿਕ ਹੈਗੇ ਆ, ਤੇ ਸਾਨੂੰ ਇੰਨੀ ਮਾੜੀ ਹਵਾ ਕਿਉਂ ਸਾਡੇ ਵਾਸਤੇ ਅਰੇਂਜ ਕੀਤੀ ਜਾਏ? ਤਾਂ ਮਤਲਬ ਇੱਕ ਵੱਡਾ ਇਸ਼ੂ ਹੈ ਮੈਨੂੰ ਲੱਗਦਾ ਗਾ। ਤੇ ਇਹ ਦੇਖੋ ਇਹਦੇ 'ਚ ਬਣਦਾ ਕੀ ਹੈ, ਪਰ ਮੌਸਮ ਦਾ ਹਾਲ ਤਾਂ ਬਹੁਤ ਮਾੜਾ ਹੈ ਉੱਥੇ। ਤੇ ਲਗਾਤਾਰ ਇਹ ਗੱਲ ਹੋ ਰਹੀ ਹੈ ਕਿ ਦਿੱਲੀ ਦੇ ਲੋਕ ਕਿਵੇਂ ਆਪਣੀ ਸਾਹ ਵਾਸਤੇ ਲੜਾਈ ਲੜਨਗੇ, ਕਿਉਂਕਿ ਮਾੜੇ ਮੋਟੇ ਕੁਝ 20-40 ਸਿਟੀਜ਼ਨ ਤਾਂ ਇਕੱਠੇ ਹੋਏ ਸੀਗੇ ਇੰਡੀਆ ਗੇਟ ਜੀ ਤੇ, ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। ਕੋਈ ਗੱਲ ਵੀ ਨਹੀਂ ਕਰਨ ਦੇ ਰਿਹਾ। ਤੇ ਸਰਕਾਰਾਂ, ਆਪਾਂ ਨੂੰ ਪਤਾ ਕਿ ਉੱਥੇ ਡੇਟਾ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ, ਝੂਠ ਵੀ ਮਾਰ ਰਹੀਆਂ ਨੇ। ਜਿਵੇਂ ਮਤਲਬ ਤੁਹਾਨੂੰ ਪਤਾ ਹੀ ਹੈ, ਵਰਲਡ ਬਾਕਸਿੰਗ ਚੈਂਪੀਅਨਸ਼ਿਪ ਹੋਇਆ ਸੀ, ਜਿਹੜੇ ਵਿਦੇਸ਼ੀ ਪਲੇਅਰ ਸੀਗੇ ਵਧੀਆ, ਉਹ ਤਾਂ ਆਏ ਵੀ ਨਹੀਂ। ਵੇਟ ਕੈਟਾਗਰੀਜ਼ ਖਾਲੀਆਂ ਗਈਆਂ ਯਾਰ ਇਸ ਵਾਰ। ਮਤਲਬ ਐਡਾ ਵੱਡਾ ਇਵੈਂਟ ਤੁਸੀਂ ਕਰਾਇਆ, ਪਿਛਲੇ 10 ਸਾਲ ਤੋਂ ਤੁਸੀਂ ਕੋਸ਼ਿਸ਼ ਕਰ ਰਹੇ ਸੀਗੇ ਕਿ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਸਾਡੇ ਮੁਲਕ 'ਚ ਹੋਵੇ। ਚਲੋ ਉਹ ਹੋ ਗਿਆ, ਦਿੱਲੀ ਨੂੰ ਹੋਸਟ ਕਰਨ ਦਾ ਮੌਕਾ ਮਿਲ ਗਿਆ। ਤੇ ਫਿਰ ਰਿਜ਼ਲਟ ਕੀ ਨਿਕਲਿਆ? ਇੰਟਰਨੈਸ਼ਨਲ ਪਲੇਅਰ ਆਏ ਹੀ ਨਹੀਂ। ਕਿਉਂ ਨਹੀਂ ਆਏ? ਤੁਹਾਡੀ 에ਅਰ ਕੁਆਲਿਟੀ ਇੰਨੀ ਜ਼ਿਆਦਾ ਮਾੜੀ, ਟੂਰਿਸਟ ਵੀ ਨਹੀਂ ਆਉਣਾ ਚਾਹ ਰਹੇ, ਪਲੇਅਰ ਨਹੀਂ ਆਉਣਾ ਚਾਹ ਰਹੇ। ਤੇ ਠੀਕ ਹੈ ਕਿ ਇੱਕ ਜਿਹੜਾ ਸੈਕਸ਼ਨ, ਜਿਹੜਾ ਅਮੀਰ ਸੈਕਸ਼ਨ ਹੈ, ਉਹ ਤਾਂ ਠੀਕ ਹੈ, ਪਹਾੜਾਂ 'ਚ ਜਾ ਕੇ ਆਪਣੇ 2-3 ਮਹੀਨੇ ਕੱਟ ਲੂਗਾ। ਗਰੀਬ ਬੰਦਾ ਕੀ ਕਰੂਗਾ ਜੀ? ਜਿਹੜੀ ਉੱਥੋਂ ਦੀ ਵਰਕਿੰਗ ਕਲਾਸ ਹੈ, ਜਿਹਦੀ ਰੋਜੀ ਜੀ ਰੋਟੀ ਚੱਲਦੀ ਹੈ ਸ਼ਹਿਰ ਕਰਕੇ, ਉਹ ਕੀ ਕਰੂਗਾ? ਤਾਂ ਮਤਲਬ ਇੱਕ ਵੱਡਾ ਸਵਾਲ ਹੈ। ਜੀ ਸਵਾਲ ਤਾਂ ਇਹ ਬੇਹੱਦ ਬਹੁਤ ਵੱਡਾ ਹੈ, ਪਰ ਸਵਾਲ ਉਹਨਾਂ ਲੋਕਾਂ ਦੇ ਲਈ ਵੀ ਇਹ ਬਹੁਤ ਵੱਡਾ ਹੈ ਜਿਹੜੇ ਲੋਕ ਇੱਥੇ ਹੀ ਜੰਮੇ ਪਲੇ ਤੇ ਇੰਨੀਆਂ ਵੱਡੀਆਂ ਵੱਡੀਆਂ ਪੋਸਟਾਂ ਤੇ ਨੇ, ਐਡੇ ਵੱਡੇ ਵੱਡੇ ਮਾਣ ਦੁਨੀਆ 'ਚ ਖੱਟ ਰਹੇ ਨੇ, ਪਰ ਸਿਰਫ ਤੇ ਸਿਰਫ ਇੱਕ ਪੋਲੀਟਿਕਸ, ਇੱਕ ਕਹਿ ਲਈਏ ਡੰਡੇ ਦੇ ਡਰ ਤੋਂ ਹੀ ਉਹ ਇਸ ਗੱਲ ਦੇ ਉੱਪਰ ਕੋਈ ਟਿੱਪਣੀ ਵੀ ਨਹੀਂ ਕਰ ਰਹੇ। ਨਾ ਕੋਈ ਨਜ਼ਰ ਆ ਰਿਹਾ ਹੈ ਵੀ ਕੋਈ ਇਨਵਾਇਰਨਮੈਂਟ ਨੂੰ ਪਿਆਰ ਕਰਨ ਵਾਲੇ ਬੜੇ ਲੋਕ ਤੁਰੇ ਫਿਰਦੇ ਨੇ, ਉਹ ਕੋਈ ਬੋਲਦਾ ਨਜ਼ਰ ਨਹੀਂ ਆ ਰਿਹਾ। ਤੁਸੀਂ ਦੱਸਿਆ ਕਿ ਜਿਹੜੇ ਲੋਕ ਗੱਲ ਕਰਨਾ ਵੀ ਚਾਹੁੰਦੇ ਨੇ ਉਹਨਾਂ ਨੂੰ ਗੱਲ ਨਹੀਂ ਕਰਨ ਦਿੱਤੀ ਜਾਂਦੀ। ਸੋ ਇਹ ਤਾਂ ਧਰਾਤਲ ਦੇ ਹਾਲਾਤ ਨੇ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਗੱਲ ਸੰਸਕ੍ਰਿਤ ਦੀ ਕਰਦੇ ਹਾਂ। ਉਧਰ ਉਦੈਨਿਧੀ ਸਟਾਲਿਨ ਹੁਣੀ ਕਹਿ ਰਹੇ ਨੇ ਵੀ ਸੰਸਕ੍ਰਿਤ ਮਰੀ ਹੋਈ ਭਾਸ਼ਾ ਹੈ। ਵੈਸੇ ਦਾਤ ਦੇਣੀ ਤਾਂ ਬਣਦੀ ਹੈ ਜਿਸ ਤਰੀਕੇ ਦੇ ਨਾਲ ਸਾਊਥ ਵਾਲੇ ਪਟੇ ਤੇ ਲੈਂਦੇ ਨੇ ਬੀਜੇਪੀ ਨੂੰ, ਇਹਨਾਂ ਦੇ ਏਜੰਡਿਆਂ ਨੂੰ। ਇਹ ਤਾਂ ਹੈ, ਮਤਲਬ DMK ਜਿਹੜੇ ਉੱਥੇ ਫੋਰਸ ਹੈ, ਅਤੇ ਜੀ ਉਹਨਾਂ ਦਾ ਜਿਹੜਾ ਪੂਰਾ ਪੇਰੀਆਰ ਸਟਾਈਲ ਹੈ, ਆਪਾਂ ਕਹਿ ਲਈਏ ਕਿ ਜਿਹੜਾ ਸੰਸਕ੍ਰਿਤ ਅਤੇ ਜਿਹੜਾ ਪੌਂਗਾ ਪੰਥੀ ਜਿਹੜੀ ਇਹਨਾਂ ਦੀ ਹੈਗੀ ਆ, ਜਿਹਨੂੰ ਆਪਾਂ ਕਹਿ ਲਈਏ ਕਿ ਜਿਹੜਾ ਕਿ ਜਿਹਨੂੰ ਸੁਪਰਸਟੀਸ਼ਨ ਨਹੀਂ ਕਹਿੰਦੇ, ਸੁਪਰਸਟੀਸ਼ੀਅਸ ਮਾਈਂਡ, ਉਹਨੂੰ ਜੀ ਕਾਊਂਟਰ ਕਰਨ ਦੀ ਜਿਹੜੀ ਉਹਨਾਂ ਦੀ ਸ਼ੈਲੀ, ਉਹ ਬਾਕਮਾਲ ਹੈ। ਉਹ ਲਗਾਤਾਰ ਮਤਲਬ ਗੱਲਾਂ ਕਰਦੇ ਨੇ। ਉਹ ਕਹਿ ਰਹੇ ਨੇ ਕਿ ਤਾਮਿਲ ਸਾਡੀ ਜਿਹੜੀ ਭਾਸ਼ਾ ਹੈਗੀ ਆ, ਸਾਰਾ ਸੂਬਾ ਸਾਡਾ ਤਾਮਿਲ ਭਾਸ਼ਾ ਇਸਤੇਮਾਲ ਕਰਦਾ ਗਾ। ਹੋਰ ਬਾਕੀ ਦੇ ਜਿਹੜੇ ਸਾਡੇ ਪੜੋਸੀ ਸੂਬੇ ਨੇ, ਉਹਨਾਂ 'ਚ ਵੀ ਤਾਮਿਲ ਇਸਤੇਮਾਲ ਕੀਤੀ ਜਾਂਦੀ ਹੈ। ਤਾਮਿਲ ਭਾਸ਼ਾ ਦੇ ਡਿਵੈਲਪਮੈਂਟ ਵਾਸਤੇ ਸਿਰਫ 150 ਕਰੋੜ ਰੁਪਏ ਦਿੱਤਾ ਜਾਂਦਾ ਗਾ, ਜਦਕਿ ਸੰਸਕ੍ਰਿਤ ਇੱਕ ਮਰੀ ਹੋਈ ਭਾਸ਼ਾ ਹੈਗੀ ਆ। ਪੂਰੇ ਮੁਲਕ 'ਚ ਕੋਈ ਤੁਹਾਨੂੰ 24 ਘੰਟੇ ਸੰਸਕ੍ਰਿਤ ਬੋਲਦਾ ਨਹੀਂ ਦਿਖਾਈ ਦਊਗਾ, ਉਹਦੇ ਵਾਸਤੇ 2400 ਕਰੋੜ ਰੁਪਏ ਦਿੱਤੇ ਜਾਂਦੇ ਨੇ। ਤਾਂ ਉਹ ਕਹਿ ਰਹੇ ਨੇ ਕਿ ਦੇਖੋ, ਇਹ ਜਿਹੜਾ PM ਮੋਦੀ ਹੈਗਾ, ਮਤਲਬ ਤਾਮਿਲ ਲੈਂਗੁਏਜ ਜਿਹੜੀ ਸਭ ਤੋਂ ਵੱਧ ਲੋਕ ਬੋਲ ਰਹੇ ਨੇ, ਉਹਦੇ ਉੱਤੇ ਸੰਸਕ੍ਰਿਤ ਜਿਹਨੂੰ ਕੋਈ ਨਹੀਂ ਬੋਲ ਰਿਹਾ, ਹਿੰਦੀ, ਉਹਨਾਂ ਨੂੰ ਵਧਾਵਾ ਦੇਣ ਦਾ ਆਰੋਪ ਲਾਇਆ। ਕਹਿੰਦੇ ਕਿ ਹਿੰਦੀ ਨੂੰ ਵੀ ਥੋਪਣਾ ਚਾਹੁੰਦੇ ਨੇ। ਸਾਡੇ ਜਿਹੜੇ ਨਾਰਥ ਈਸਟ ਦੇ ਸੂਬੇ ਨੇ, ਉੱਥੇ ਵੀ ਇਹ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜਾ ਹਿੰਦੀ ਦੇ ਟੀਚਰ ਭੇਜ ਦਿੱਤੇ ਜਾਣ, ਹਿੰਦੀ ਪੜ੍ਹਾਈ ਜਾਵੇ। ਤਾਮਿਲਨਾਡੂ 'ਚ ਤਾਂ ਪੂਰਾ ਟਰਾਈ ਲੈਂਗੁਏਜ ਫਾਰਮੂਲੇ ਤੇ ਉਹ ਪੂਰਾ ਮਾਮਲਾ ਹੀ ਚੱਲਿਆ ਸੀਗਾ। ਦੇਖੋ, ਹਜੇ ਤੱਕ ਮਤਲਬ ਇਹ ਤਾਂ ਗੱਲ ਪੰਜਾਬ ਵੱਲੋਂ ਵੀ ਆਉਣੀ ਚਾਹੀਦੀ ਸੀਗੀ ਕਿ ਪੰਜਾਬੀ ਭਾਸ਼ਾ ਨੂੰ ਡਿਵੈਲਪ ਕਰਨ ਵਾਸਤੇ ਕਿੰਨੇ ਪੈਸੇ ਦਿੱਤੇ ਗਏ। ਇੱਕ ਏਦਾਂ ਦੀ ਭਾਸ਼ਾ ਜਿਹਨੂੰ ਕੋਈ ਮੁਲਕ 'ਚ ਕੋਈ ਨਹੀਂ ਬੋਲਦਾ, ਉਹਦੇ ਵਾਸਤੇ 2400 ਕਰੋੜ ਰੁਪਇਆ ਦਿੱਤਾ ਗਿਆ ਹੈਗਾ। ਤੇ ਜਿਹੜੀ ਜਿਵੇਂ ਪੰਜਾਬੀ ਹੈ, ਪੰਜਾਬੀ ਘੱਟੋ ਘੱਟ 5 ਕਰੋੜ ਲੋਕ ਤਾਂ ਬੋਲਦੇ ਹੋਣਗੇ ਨਾ। ਇਹ ਸਵਾਲ ਨਹੀਂ ਜੀ ਬਣਦਾ ਪੰਜਾਬੀਆਂ ਦਾ ਪੁੱਛਣਾ, ਦੱਸੋ ਪੰਜਾਬੀ ਨੂੰ ਡਿਵੈਲਪ ਕਰਨ ਵਾਸਤੇ ਕਿੰਨੇ ਪੈਸੇ ਦਿੱਤੇ? ਯਾਨੀ ਕਿ ਤੁਸੀਂ ਠੀਕ ਹੈ, ਹਿੰਦੀ ਸੰਸਕ੍ਰਿਤ ਤੇ ਤੁਸੀਂ ਜ਼ੋਰ ਦੇ ਰਹੇ ਹੋ, ਤੇ ਹੋਰ ਜਿਹੜੀਆਂ ਜੀ ਭਾਸ਼ਾਵਾਂ ਨੇ ਉਹ ਕੀ ਨੇ? ਤੁਹਾਡੀ ਬੋਲੀ ਮਾਂ ਬੋਲੀ, ਬਾਕੀਆਂ ਦੀ ਕਿਆ ਮਾਸੀਆਂ ਨੇ? ਮਤਲਬ ਜੀ ਬਾਕੀਆਂ ਦੇ ਮਤਲਬ ਯਾਰ, ਇਹ ਵੀ ਦੇਖੋ ਨਾ, ਹਿੰਦੀ ਪੂਰੇ ਭਾਰਤ ਦੀ ਭਾਸ਼ਾ ਨਹੀਂ ਹੈ, ਰਾਸ਼ਟਰ ਭਾਸ਼ਾ ਵੀ ਨਹੀਂ ਹੈ।
ਨਾ ਪੂਰੇ ਇੰਡੀਆ 'ਚ ਬੋਲੀ ਜਾਂਦੀ। ਠੀਕ ਹੈ ਕਿ ਇੱਕ ਸੂਬਾ ਹੈਗਾ ਜਿਹੜਾ ਮਤਲਬ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਇਹ ਜਿਹੜਾ ਇਲਾਕਾ ਹੈਗਾ, ਉੱਥੇ ਵੀ ਜਿਹੜੀ ਆਪ ਦੀਆਂ ਭਾਸ਼ਾਵਾਂ ਨੇ। ਤੁਹਾਨੂੰ ਮੈਂ ਇੱਕ ਗੱਲ ਦੱਸਾਂ, ਉੱਥੇ ਅਵਧੀ, ਬ੍ਰਿਜ, ਇਹ ਜ਼ਿਆਦਾ ਰਿਚ, ਮੈਥਲੀ, ਇਹ ਜ਼ਿਆਦਾ ਰਿਚ ਭਾਸ਼ਾਵਾਂ ਨੇ, ਜੀ ਪਰ ਉਹਨਾਂ ਨੂੰ ਹਿੰਦੀ ਨੇ ਮਾਰਤਾ। ਸੰਸਕ੍ਰਿਤ ਤਾਂ ਕੋਈ ਕਿਸੇ ਦੀ ਮਦਰ ਟੰਗ ਹੈ ਹੀ ਨਹੀਂ। ਸੰਸਕ੍ਰਿਤ ਨੂੰ 2400 ਕਰੋੜ ਰੁਪਏ ਦੇ ਰਹੇ ਨੇ। ਤਾਂ ਇਹ ਕੁਝ ਚੀਜ਼ਾਂ ਨੇ ਜਿਨ੍ਹਾਂ ਬਾਰੇ ਗੱਲ ਹੋਣੀ ਚਾਹੀਦੀ, ਤੇ ਪੰਜਾਬੀਆਂ ਨੂੰ ਵੀ ਇਹ ਮੁੱਦਾ ਚੱਕਣਾ ਚਾਹੀਦਾ। ਸਲੂਟ ਹੈ ਤਾਮਿਲਨਾਡੂ ਵਾਲਿਆਂ ਨੂੰ ਕਿ ਉਹ ਇਸ ਕਿਸਮ ਦੀਆਂ ਚੀਜ਼ਾਂ ਤੇ ਲਗਾਤਾਰ ਬੋਲਦੇ ਨੇ, ਤੇ ਇਹਨਾਂ ਨੂੰ ਇਹਨਾਂ ਦੀ ਜਿਹੜੀ ਪੋਲਿਟਿਕਸ ਹੈ ਉਹਨੂੰ ਮਤਲਬ ਇੱਕ ਹਿਸਾਬ ਨਾਲ ਕਹਿ ਦਿਓ ਕਿ ਐਕਸਪੋਜ਼ ਕਰਦੇ ਨੇ। ਜੀ ਜੀ। ਇਸ ਤੋਂ ਅੱਗੇ ਚੱਲਦੇ ਆ, ਉਧਰ ਸਾਂਸਦ ਅੰਮ੍ਰਿਤਪਾਲ ਸਿੰਘ ਹੋਣਾ ਦੀ ਮਾਤਾ ਜਿਹੜੇ ਕਿ ਦਿੱਲੀ ਏਅਰਪੋਰਟ ਦੇ ਉੱਪਰ ਕਿਤੇ ਜਾਣ ਦੇ ਲਈ ਆਉਂਦੇ ਨੇ, ਪਰ ਉਹਨਾਂ ਨੂੰ ਰੋਕ ਲਿਆ ਜਾਂਦਾ ਹੈ, ਨਹੀਂ ਜਾਣ ਦਿੱਤਾ ਜਾਂਦਾ। ਕੀ ਕਾਰਨ ਹੈ ਜੀ? ਕਿ ਇਹਨਾਂ ਦੇ ਲਈ ਵੀ ਲੁੱਕ ਆਊਟ ਨੋਟਿਸ ਜਾਰੀ ਨੇ, ਜਾਂ ਫਿਰ ਇਹ ਦੇਸ਼ ਤੋਂ ਬਾਹਰ ਟਰੈਵਲ ਨਾ ਕਰਨ ਦੇ ਲਈ ਕਿਉਂ ਰੋਕਿਆ ਜਾਂਦਾ ਹੈ ਇਹਨਾਂ ਨੂੰ? ਦੇਖੋ, ਬਹੁਤ ਵੱਡੀ ਖਬਰ ਇਸ ਕਰਕੇ ਹੈ ਕਿਉਂਕਿ ਅੰਮ੍ਰਿਤਪਾਲ ਸਿੰਘ ਜੀ ਪਿਛਲੇ ਦਿਨੀ ਹੀ ਮਾਮਾ ਬਣੇ ਸੀ। ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਮਾਤਾ ਬਲਵਿੰਦਰ ਕੌਰ ਕੈਨੇਡਾ ਜਾ ਰਹੇ ਸੀ ਆਪਣੇ ਦੋਤੇ ਨੂੰ ਮਿਲਣ। ਪੰਜਾਬੀ ਚ ਮੈਨੂੰ, ਜੇ ਮੈਂ ਠੀਕ ਬੋਲ ਰਿਹਾ ਤਾਂ ਦੋਤਾ ਹੀ ਕਿਹਾ ਜਾਊਗਾ ਨਾ। ਮਤਲਬ ਜੀ ਅੰਮ੍ਰਿਤਪਾਲ ਜੀ। ਸਿੰਘ ਉਹਨਾਂ ਦਾ ਭਾਣਜਾ, ਉਹਨਾਂ ਦੀ ਮਾਤਾ ਦਾ ਦੋਤਾ ਹੀ ਹੋਊਗਾ। ਮਤਲਬ ਜਿੰਨਾ ਸਾਡੇ ਹਰਿਆਣੇ ਚ ਦੋਤਾ ਕਿਹਾ ਜਾਂਦਾ ਗਾ, ਤੇ ਸ਼ਾਇਦ ਹਾਂ ਦੋਤਾ ਹੀ, ਪੰਜਾਬੀ ਚ ਵੀ ਦੋਤਾ ਹੀ ਚੱਲਦਾ ਗਾ। ਤੇ ਉਹ ਆਪਣੀ ਬੇਟੀ ਨੂੰ ਮਿਲਣ ਜਾ ਰਹੇ ਸੀਗੇ, ਆਪਣੇ ਦੋਤੇ ਨੂੰ ਦੇਖਣ ਵਾਸਤੇ ਜਾ ਰਹੇ ਸੀਗੇ। 4 ਸਾਲ ਦਾ ਉਹਨਾਂ ਦਾ ਵੀਜ਼ਾ ਵੀ ਲੱਗਿਆ ਹੋਇਆ, ਉਹਨਾਂ ਦੀ ਫਲਾਈਟ ਵੀ ਸੀ, ਪਰ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ। ਏਅਰਪੋਰਟ ਅਥਾਰਟੀ ਕਹਿੰਦੀ ਹੈ ਤੁਹਾਡਾ ਲੁੱਕ ਆਊਟ ਨੋਟਿਸ ਅੰਮ੍ਰਿਤਸਰ ਰੂਰਲ ਪੁਲਿਸ ਨੇ ਜਾਰੀ ਕਰ ਰੱਖਿਆ ਗਾ। ਤਾਂ ਪੰਜਾਬ ਪੁਲਿਸ ਤੋਂ ਇਹ ਪੁੱਛਣਾ ਚਾਹੀਦਾ ਕਿ ਦੱਸੋ ਉਹਨਾਂ ਦੀ ਮਾਤਾ ਨੇ ਕੀ ਕਸੂਰ ਕੀਤਾ ਹੈ? ਜੀ ਉਹ ਇੱਕ ਘਰੇਲੂ ਮਹਿਲਾ ਨੇ, ਆਪਣਾ ਘਰ-ਬਾਰ ਸਾਂਭਦੀ ਹੈਗੀ ਆ। ਦੱਸੋ, ਉਹ ਆਪਣੇ ਦੋਤੇ, ਉਹਦੀ ਬੇਟੀ ਦੇ ਘਰੇ ਖੁਸ਼ੀ ਆਈ ਹੈ, ਉਹ ਹੁਣ ਉੱਥੇ ਜਾਊ ਵੀ ਨਾ? ਤਾਂ ਇਹ ਇੱਕ ਵੱਡਾ ਮਾਮਲਾ ਹੈ ਉਸ ਹਿਸਾਬ ਨਾਲ ਕਿ ਤੁਸੀਂ, ਠੀਕ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਡਿਟੇਨ ਕੀਤਾ ਹੋਇਆ, ਉਹਦੇ ਤੇ NSA ਲਾ ਕੇ ਤੁਸੀਂ 2 ਸਾਲ ਤੋਂ, ਪਿਛਲੇ 2.5 ਸਾਲ ਤੋਂ ਬਲਕਿ, ਕਿ ਉਹਨੂੰ ਜੇਲ੍ਹ 'ਚ ਰੱਖਿਆ ਹੋਇਆ ਗਾ ਡਿਬਰੂਗੜ੍ਹ। ਪਰ ਉਹਨਾਂ ਦੇ ਮਾਂ ਪਿਓ ਦਾ ਕੀ ਕਸੂਰ ਹੈ ਦੱਸੋ ਜੀ? ਉਹ ਤਾਂ ਆਪਣੀ ਉਹਨਾਂ ਨੂੰ ਤਾਂ ਘੱਟੋ ਘੱਟ ਉਹਨਾਂ ਦੀ ਨੋਰਮਲ ਜ਼ਿੰਦਗੀ ਜਿਉਣ ਦਿਓ। ਤੇ ਜੀ ਇਹ ਹੈ ਜੀ, ਦੇਖਦੇ ਹਾਂ ਕਿ ਮਤਲਬ ਕੀ ਬਣਦਾ ਗਾ। ਪਰ ਹਾਲਾਂਕਿ ਅੰਮ੍ਰਿਤਪਾਲ ਸਿੰਘ ਬੜੇ ਉਹਨਾਂ ਨੇ ਕਮਿਟਮੈਂਟ ਕੀਤੀ ਸੀਗੀ ਪੰਥ ਤੋਂ, ਪਰਿਵਾਰ ਤੋਂ ਪਹਿਲਾਂ ਉਹਨਾਂ ਦੇ ਵਾਸਤੇ ਹਮੇਸ਼ਾ ਪੰਥ ਰਿਹਾ ਗਾ। ਤੇ ਪਰ ਉਹਨਾਂ ਦੇ ਪਰਿਵਾਰ ਨੂੰ ਤੰਗ ਕੀਤਾ ਜਾ ਰਿਹਾ, ਤਾਂ ਪੰਥ ਨੂੰ ਵੀ ਉਹਨਾਂ ਦੇ ਪਰਿਵਾਰ ਨਾਲ ਖੜਾ ਹੋਣਾ ਚਾਹੀਦਾ। ਜੀ। ਅਗਲੀ ਗੱਲ ਵੀ ਅੰਮ੍ਰਿਤਪਾਲ ਸਿੰਘ ਹੋਣਾ ਦੀ ਹੀ ਕਰ ਲੈਂਦੇ ਆ। ਹਾਈ ਕੋਰਟ ਦਾ ਰੁਖ ਕੀਤਾ ਸੀ ਅੰਮ੍ਰਿਤਪਾਲ ਸਿੰਘ ਹੋਣਾ ਨੇ ਜੀ, ਕਹਿੰਦੇ ਅੱਜ ਉਸ ਤੇ ਪੰਜਾਬ ਸਰਕਾਰ ਨੂੰ ਕੋਈ ਹੁਕਮ ਜਾਰੀ ਹੋਇਆ ਅਦਾਲਤ ਵੱਲੋਂ? ਦੇਖੋ, ਅੱਜ ਸੁਣਵਾਈ ਸੀ ਹਾਈ ਕੋਰਟ 'ਚ, ਤੇ ਉਹਦੇ 'ਚ ਪੈਰੋਲ ਮੰਗ ਰਹੇ ਸੀਗੇ। ਅੰਮ੍ਰਿਤਪਾਲ ਸਿੰਘ ਕਹਿ ਰਹੇ ਸੀਗੇ ਕਿ ਖਡੂਰ ਸਾਹਿਬ ਦੀ ਜਨਤਾ ਨੇ ਮੈਨੂੰ ਚੁਣ ਕੇ ਭੇਜਿਆ ਹੈਗਾ, ਤੇ ਮੈਨੂੰ ਜਿਹੜਾ ਸੈਸ਼ਨ ਆ ਰਿਹਾ ਹੈਗਾ, ਤੇ ਜਿਹੜਾ ਹੁਣ ਸਿਆਲਾਂ 'ਚ ਸੈਸ਼ਨ ਆ ਰਿਹਾ ਹੈਗਾ, ਵਿੰਟਰ ਸੈਸ਼ਨ, ਇਹਦੇ 'ਚ ਮੈਨੂੰ ਸ਼ਾਮਲ ਹੋਣ ਵਾਸਤੇ ਪੈਰੋਲ ਦਿੱਤੀ ਜਾਵੇ। ਉਹਨਾਂ ਨੇ ਮੌਨਸੂਨ ਸੈਸ਼ਨ ਦੇ ਵਿੱਚ ਵੀ ਮੰਗੀ ਸੀ ਪੈਰੋਲ, ਪਰ ਉਸ ਟਾਈਮ ਵੀ ਨਹੀਂ ਦਿੱਤੀ ਗਈ ਸੀਗੀ। ਤੇ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਤੁਸੀਂ ਹਾਈ ਕੋਰਟ ਜਾਓ। ਹੁਣ ਇਹ ਟਾਈਮ ਤੋਂ ਮਤਲਬ 1 ਦਸੰਬਰ ਤੋਂ ਸੈਸ਼ਨ ਸ਼ੁਰੂ ਹੋਣਾ ਗਾ, 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ, ਤੇ ਹੁਣ ਇਹ ਪਹਿਲਾਂ ਹੀ ਪਹੁੰਚ ਗਿਆ ਹਾਈ ਕੋਰਟ। ਤੇ ਇਹਦੇ 'ਚ ਜਿਹੜੇ ਸੀਨੀਅਰ ਐਡਵੋਕੇਟ RS ਬੈਂਸ ਉਹਨਾਂ ਦਾ ਕੇਸ ਕਰ ਰਹੇ ਸੀਗੇ ਜੀ, ਉਹਦੇ 'ਚ ਅੱਜ ਜਸਟਿਸ ਸੀਲ ਨਾਗੂ ਅਤੇ ਸੰਜੀਵ ਬੇਰੀ ਦੀ ਬੈਂਚ ਇਸ ਤੇ ਫੈਸਲੇ ਸੁਣ ਰਹੀ ਸੀ। RS ਬੈਂਸ ਨੂੰ ਪੁੱਛਿਆ ਗਿਆ ਕਿ ਅੰਮ੍ਰਿਤਪਾਲ ਸਿੰਘ ਕਿਸ ਟੌਪਿਕ ਤੇ ਪਾਰਲੀਮੈਂਟ 'ਚ ਬੋਲਣ ਗਿਆ, ਫਿਰ ਮੂਕ ਦਰਸ਼ਕ ਬਣਨਗੇ, ਆਪਨੇ ਕਿਆ ਰਿਸਰਚ ਕੀਤਾ ਹੈ? ਤੇ ਇਹ ਜਿਹੜੇ RS ਬੈਂਸ ਸੀ, ਉਹਨਾਂ ਨੇ ਕਿਹਾ ਕਿ ਉਹ ਉਹਨਾਂ ਨੇ ਕਿਹਾ ਕਿ ਮੇਰੇ ਹਿਸਾਬ ਨਾਲ ਉਹ ਹੜ੍ਹਾਂ ਦੇ ਮੁੱਦੇ ਤੇ ਬੋਲਣਗੇ, ਕਿਉਂਕਿ ਉਹਨਾਂ ਦਾ ਇਲਾਕਾ ਵੀ ਹੜ੍ਹਾਂ ਨਾਲ ਪ੍ਰਭਾਵਿਤ ਰਿਹਾ ਗਾ। ਸਰਕਾਰ ਵੱਲੋਂ ਸੱਤਿਆਪਾਲ ਜੈਨ ਪੇਸ਼ ਹੋਇਆ ਸੀਗਾ, ਉਹਨੇ ਕਿਹਾ ਕਿ ਜੇ ਸਟੇਟ ਅਥਾਰਟੀ ਯਾਨੀ ਕਿ ਪੰਜਾਬ ਸਰਕਾਰ ਜੇ ਕਹਿੰਦੀ ਹੈਗੀ ਆ ਕਿ ਹਾਂ ਤੁਸੀਂ ਸ਼ਾਮਿਲ ਕਰ ਲਓ, ਤਾਂ ਫਿਰ ਸਾਨੂੰ ਵੀ ਕੋਈ ਦਿੱਕਤ ਨਹੀਂ ਹੈ। ਹੁਣ ਪੰਜਾਬ ਸਰਕਾਰ ਵੱਲੋਂ ਜਿਹੜੇ AAG ਪੇਸ਼ ਹੋਏ ਸੀਗੇ, ਚੰਚਲ ਸਿੰਘ, ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਦੇ ਵੱਲੋਂ ਰਿਪਰੈਜ਼ੈਂਟੇਸ਼ਨ ਦਿੱਤਾ ਗਿਆ ਹੈ, ਤੇ ਇਹ ਪ੍ਰੋਪਰ ਫੋਰਮੈਟ ਨਹੀਂ ਹੈ, ਪ੍ਰੋਪਰ ਫੋਰਮੈਟ 'ਚ ਨਹੀਂ ਹੈ, ਪਰ ਅਸੀਂ ਇਹਨੂੰ ਦੇਖਾਂਗੇ। ਹੁਣ ਦੇਖਦੇ ਹਾਂ ਕਿ 1 ਹਫ਼ਤੇ ਦੀ ਮੁਹਲਤ ਦਿੱਤੀ ਗਈ ਹੈ ਪੰਜਾਬ ਸਰਕਾਰ ਨੂੰ ਕਿ ਤੁਸੀਂ ਦੱਸੋ ਬਈ ਕਿ ਕਿਵੇਂ ਚੀਜ਼ਾਂ ਕੀਤੀਆਂ ਜਾਣਗੀਆਂ, ਤੇ ਦੇਖਦੇ ਹਾਂ ਕਿ
ਇੱਕ ਹਫ਼ਤੇ ਦੀ ਮੋਹਲਤ 'ਚ ਪੰਜਾਬ ਸਰਕਾਰ ਕੀ ਫੈਸਲਾ ਲੈਂਦੀ ਹੈਗੀ ਆ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ, ਉਹ ਅੱਗੇ ਪਤਾ ਲੱਗੂਗਾ। ਤੇ ਜੇ ਇੱਕ ਹਫ਼ਤੇ ਦੇ ਅੰਦਰ ਜੇ ਮਨਾ ਕਰ ਦਿੰਦੀ ਹੈ ਪੰਜਾਬ ਸਰਕਾਰ, ਫਿਰ ਮੈਨੂੰ ਲੱਗਦਾ ਵਾ ਕਿ ਹਾਈ ਕੋਰਟ ਕੋਈ ਨਾ ਕੋਈ ਫੈਸਲਾ ਤਾਂ ਲਊਗਾ। ਜੀ, ਉਧਰ ਅਕਾਲੀ ਦਲ ਦੇ ਆਈਟੀ ਸੈੱਲ ਦੇ ਵਿਅਕਤੀ ਨੂੰ, ਆਈਟੀ ਸੈੱਲ ਦੇ ਪ੍ਰਮੁੱਖ ਨੂੰ ਹਾਈ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਹੈ ਜੀ। ਇਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਹੀ ਇੱਕ ਕੈਫੇ ਤੋਂ ਚੱਕ ਲਿਆ ਗਿਆ ਸੀ ਬੀਤੇ ਦਿਨ। ਹਾਂਜੀ, ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਈਟੀ ਸੋਸ਼ਲ ਮੀਡੀਆ ਆਈਟੀ ਸੈੱਲ ਨੈਸ਼ਨਲ ਪ੍ਰੈਜ਼ੀਡੈਂਟ ਸੀ ਨਛੱਤਰ ਸਿੰਘ ਗਿੱਲ, ਉਹਨਾਂ ਨੂੰ ਅੱਜ ਇੰਟਰਿਮ ਬੇਲ ਮਿਲੀ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ। ਤੇ ਇਹਦੇ 'ਚ ਇਹੀ ਸੀਗਾ 15 ਨਵੰਬਰ ਨੂੰ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ ਇੱਕ ਕੈਫੇ ਤੋਂ ਅੰਮ੍ਰਿਤਸਰ ਤੋਂ। ਤੇ ਇਹ ਚੱਕਰ ਸੀਗਾ ਕਿ 2000 ਮਤਲਬ ਜਿਹੜਾ ਇਹ ਇਲੈਕਸ਼ਨ ਹੋਇਆਗਾ ਤਰਨਤਾਰਨ ਬਾਈ ਇਲੈਕਸ਼ਨ, ਉਦੋਂ ਤੋਂ ਹੀ ਇਹਨਾਂ ਦੇ ਪਿੱਛੇ, ਕਿਉਂਕਿ ਆਪਾਂ ਇਹ ਵੀ ਦੇਖ ਰਹੇ ਸੀਗੇ ਕਿ ਯਾਰ ਅਕਾਲੀ ਦਲ ਦੇ ਆਈਟੀ ਸੈੱਲ ਨੇ ਵਧੀਆ ਕੰਮ ਕੀਤਾ ਸੀਗਾ, ਉਹਨਾਂ ਨੇ ਠੀਕ ਕੰਮ ਕੀਤਾ। ਤੇ ਮੈਨੂੰ ਲੱਗਦਾ ਗਾ ਕਿ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਇਹਨਾਂ ਨੇ ਸਾਡਾ ਏਜੰਡਾ ਵਿਗਾੜਿਆ ਗਿਆ। ਖਾਸ ਕਰ ਸੋਸ਼ਲ ਮੀਡੀਆ ਤੇ ਜਿਹੜੀ ਇਹ ਕੰਪੇਨ ਸੀਗੀ ਕਿ ਬਈ ਇੱਥੋਂ ਜਿਹੜੀ ਪੰਜਾਬ ਪੁਲਿਸ ਹੈ, ਖਾਸ ਕਰ SSP ਅਤੇ 2 DSP, ਉਹ ਲਗਾਤਾਰ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ, ਪ੍ਰੈਸ਼ਰ ਪਾ ਰਹੇ ਨੇ, ਅਕਾਲੀ ਦਲ ਦੇ ਸਰਪੰਚਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ। ਉਹ ਸਾਰੀ ਕੈਂਪੇਨ ਆਪਾਂ ਨੂੰ ਇਸ ਵਾਰ ਵਿਜ਼ੀਬਲ ਸੀਗੀ ਮੀਮਸ ਦੇ ਫੋਰਮੈਟ 'ਚ ਵੀ, ਜਿਹੜੇ ਮੈਮੇ ਅੱਜ ਕੱਲ੍ਹ ਕਹਿੰਦੇ ਆ ਉਹਨਾਂ ਨੂੰ ਮੀਮਸ, ਤੇ ਹੋਰ ਤਾਂ ਉਹ ਮੈਨੂੰ ਲੱਗਦਾ ਗਾ ਕਿ ਇਹਨੂੰ ਚੱਕਣਾ ਬਣਦਾ ਹੀ ਸੀ ਮੁੰਡੇ ਨੂੰ, ਨਛੱਤਰ ਨੂੰ। ਤੇ ਹਾਲਾਂਕਿ ਅੱਜ ਇਸ ਮੁੰਡੇ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਤੇ ਛੱਡ ਦਿੱਤਾ ਗਿਆ ਹੈਗਾ। ਤੇ ਦੇਖਦੇ ਹਾਂ ਕਿ ਇਹਦੇ 'ਚ ਬਣਦਾ ਕੀ ਹੈ। ਪਰ ਮਤਲਬ ਇਹ ਇੰਨੇ ਤੱਕ ਜਾ ਰਹੀ ਹੈ ਕਿ ਜਿਹੜੇ ਸੋਸ਼ਲ ਮੀਡੀਆ ਵਿੰਗ ਨੇ ਦੂਜੀ ਆਪੋਜੀਸ਼ਨ ਪਾਰਟੀਆਂ ਦੇ, ਉਹਨਾਂ ਨੂੰ ਵੀ ਉਹ ਪ੍ਰਭਾਵਿਤ ਕਰ ਰਹੇ ਨੇ। ਤਾਂ ਇੱਕ ਇਹ ਵੱਡੀ ਖਬਰ ਤਾਂ ਹੈ। ਤਾਂ ਇਹ ਦੇਖਦੇ ਹਾਂ ਕਿ ਇਹਦੇ 'ਚ ਬਣਦਾ ਕੀ ਹੈ। ਅਗਲੀ ਜੇਕਰ ਗੱਲ ਕਰੀਏ ਤਾਂ ਗੱਲ ਖਬਰ ਦਰਬਾਰ ਸਾਹਿਬ ਦੇ ਨਾਲ ਜੁੜੀ ਹੋਈ ਹੈ। ਸਾਬਕਾ ਜਥੇਦਾਰ ਤੇ ਮੌਜੂਦਾ ਤੌਰ ਤੇ ਹੈੱਡ ਗ੍ਰੰਥੀ ਜਿਹੜੇ ਸਨ ਗਿਆਨੀ ਰਘੁਬੀਰ ਸਿੰਘ ਹੁਣੀ, ਉਹ ਕਹਿੰਦੇ ਲੰਬੀ ਛੁੱਟੀ ਤੇ ਗਏ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਜਗ੍ਹਾ ਦੇ ਉੱਪਰ ਗਿਆਨੀ ਅਮਰਜੀਤ ਸਿੰਘ ਹੋਣਾ ਨੂੰ ਨਵੇਂ ਹੈੱਡ ਗ੍ਰੰਥੀ ਵਜੋਂ ਨਿਯੁਕਤ ਕਰ ਦਿੱਤਾ ਗਿਆ। ਹਾਂ, ਅੱਜ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਇਹ ਵੱਡਾ ਬਦਲਾਅ ਕੀਤਾ ਗਿਆ ਕਿ ਜਿਹੜੇ ਸਾਬਕਾ ਜਥੇਦਾਰ ਵੀ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਰਘੁਬੀਰ ਸਿੰਘ, ਉਹ ਲੰਬੀ ਛੁੱਟੀ ਤੇ ਗਏ ਹੈਗੇ ਆ। ਤੇ ਇਹ SCPC ਨੇ ਇਹਦੇ ਤੇ ਫੈਸਲਾ ਲਿਆ ਗਾ। ਤੇ ਨਵੇਂ ਜਿਹੜੇ ਗਿਆਨੀ ਹੈਗੇ ਆ ਅਮਰਜੀਤ ਸਿੰਘ, ਉਹ ਨਵੇਂ ਹੈੱਡ ਗ੍ਰੰਥੀ ਹੋਣਗੇ। ਤੇ ਹੈੱਡ ਗ੍ਰੰਥੀ ਦਾ ਮਤਲਬ ਉਸ ਹਿਸਾਬ ਨਾਲ ਜੇ ਆਪਾਂ ਕਹੀਏ ਕਿ ਬਹੁਤ ਪ੍ਰਤਿਸ਼ਠਿਤ ਅਤੇ ਜ਼ਿੰਮੇਦਾਰੀ ਵਾਲਾ ਪਦ ਹੁੰਦਾ ਗਾ, ਬਹੁਤ ਉਹ ਸੇਵਾ ਮੰਨੀ ਜਾਂਦੀ ਹੈ, ਜ਼ਿੰਮੇਦਾਰੀ ਵਾਲੀ ਸੇਵਾ। ਤੇ ਸਿੱਖ ਸੰਗਤ 'ਚ ਇਸ ਨੂੰ ਲੈ ਕੇ ਚਰਚਾ ਹੈਗੀ ਆ ਕਿ ਕੀ ਗਿਆਨੀ ਰਘੁਬੀਰ ਸਿੰਘ ਹੋਣਾ ਨੂੰ ਮਤਲਬ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਪਦ ਤੋਂ ਹਟਾਇਆ ਗਿਆ ਸੀਗਾ, ਕਿ ਇਹ ਇੱਥੇ ਵੀ ਕੋਈ ਚੀਜ਼ਾਂ ਚੱਲ ਰਹੀਆਂ ਨੇ। ਤੇ ਇਹ ਮਤਲਬ ਕੁਝ ਚੀਜ਼ਾਂ ਨੇ, ਮਤਲਬ ਅਜੇ ਦੇਖਦੇ ਹਾਂ ਕਿ ਇਹਦੇ 'ਚ ਚੀਜ਼ਾਂ ਕੀ ਨਿਕਲ ਕੇ ਆਉਂਦਾ ਹੈਗਾ। ਪਰ ਇਹ ਸਿੱਖ ਪੋਲੀਟਿਕਸ 'ਚ ਇਸ ਬਾਰੇ ਡਿਸਕਸ਼ਨ ਸ਼ੁਰੂ ਹੋ ਚੁੱਕਿਆ ਹੈਗਾ ਕਿ ਕੀ ਇਹਨਾਂ ਨੂੰ ਹੈੱਡ ਗ੍ਰੰਥੀਸ਼ਿਪ ਤੋਂ ਵੀ ਹਟਾਇਆ ਜਾ ਰਿਹਾ ਹੈਗਾ, ਇਹ ਇੱਕ ਉਹਨਾਂ ਦੀ ਸੇਵਾ ਤੋਂ ਵੀ ਮੁਕਤ ਕੀਤਾ ਜਾ ਰਿਹਾ ਹੈਗਾ। ਇਹ ਸਵਾਲ ਤਾਂ ਲਗਾਤਾਰ ਘੁੰਮ ਰਿਹਾ ਹੈਗਾ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ।